हर किसी का सुपना हुंदा कि मैं ਵੱਡਾ ਹੋ ਕੇ ਆ ਕੁਝ ਕਰਾਂਗਾ। ਤੁਹਾਡਾ ਕੀ ਸੁਪਨਾ ਸੀਗਾ? ਭਗਤ ਸਿੰਘ, ਰਾਜਗੁਰੂ, ਸੁਖਦੇਵ ਇਹਨਾਂ ਦਾ ਨਾਮ ਬਹੁਤ ਦੇਰ ਤੋਂ ਸੁਣਦੇ ਆਏ ਸੀ, ਪਰ ਦਿਲ ਵਿੱਚ ਖੁਆਇਸ਼ ਸੀ ਕਿ ਉਹ ਤਾਂ ਕੁਝ ਕਰ ਗਏ, ਪਰ ਆਪਾਂ ਕੀ ਕਰ ਸਕਦੇ ਹਾਂ ਦੇਸ਼ ਲਈ। ਹੈਰੀ, ਕਿੰਨਾ ਟਾਈਮ ਹੋ ਗਿਆ ਛੋਟੇ ਹੁੰਦੇ? ਕਿੱਥੋਂ ਪਰਿਵਾਰ ਦਾ ਪਿਛੋਕੜ ਕਿੱਥੋਂ ਆ? ਕਿੱਥੋਂ ਸਟਾਰਟਿੰਗ ਹੁੰਦੀ ਆ ਤੁਹਾਡੀ ਜ਼ਿੰਦਗੀ ਦੀ? यानी कह सकते हो कि 20 साल होया जागे हुए, बेशक उम्र 45 साल होगी, पर जागे हुए 20 साल की उम्र हुई है। ਇਸ ਤੋਂ ਪਹਿਲਾਂ 20 ਸਾਲ ਪਹਿਲਾਂ ਕੀ ਕਰਦੇ ਸੀਗੇ? ਜੇਕਰ 45 ਸਾਲ ਉਮਰ ਹੋਈ ਆ ਤਾਂ 25 ਸਾਲ ਤੱਕ ਪੜ੍ਹਾਈ ਕਰਦੇ ਰਹੇ ਜਾਂ ਕੁਝ ਹੋਰ ਕਰਦੇ ਰਹੇ? ਘਰ ਦੇ ਚਾਹੁੰਦੇ ਸੀ ਕਿ ਘਰਦਿਆਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਬਣੋ ਉਹ ਬਣੋ, ਉਸ ਟਾਈਪ 'ਚ ਲੱਗੇ ਰਹੇ, ਆਪਣੇ ਆਪ ਨੂੰ ਐਕਸਪਲੋਰ ਨਹੀਂ ਕਰ ਸਕੇ। ਬਟ ਜਦੋਂ ਕਰਨ ਦਾ ਮੌਕਾ ਮਿਲਿਆ ਤਾਂ ਹੀ ਕਿਹਾ ਕਿ ਉਸ ਵੇਲੇ ਤਾਂ ਹੀ ਜਾਗੇ। ਉਹਨਾਂ ਦਾ ਵੀ ਇਹੀ ਕਹਿਣਾ ਸੀ, ਹਾਂ PMT ਕਰੋ, CT ਕਲੀਅਰ ਕਰੋ, ਇੰਜੀਨੀਅਰ ਕਰੋ ਜਾਂ ਡਾਕਟਰ ਦਾ ਕਰੋ, ਬਟ ਆਪਣੇ ਇੰਟਰਸਟ ਉੱਪਰ ਹੁੰਦਾ ਹੈ। ਰੱਬ ਨੇ ਜਿੱਧਰ ਲੈ ਕੇ ਆਉਣਾ ਹੈ ਉੱਧਰ ਹੀ ਲੈ ਕੇ ਆਉਂਦਾ ਹੈ। ਜਿਹੜੀ ਧਿਆਨ ਆ ਉਹ ਇਹਨਾਂ ਦੀ ਕਲਾ ਦੇ ਵਿੱਚ ਆ। ਉਹ ਜਿਹੜਾ ਧਿਆਨ ਆ ਉਹ ਇੱਕ ਡਰਾਇੰਗ ਦੇ ਵਿੱਚ ਆ। ਅੱਖ ਦੇ ਵਿੱਚ ਅੱਖ ਨਹੀਂ, ਕੈਮਰੇ ਦੀ ਅੱਖ ਦੇ ਵਿੱਚ ਅੱਖ ਵੀ ਨਹੀਂ ਪਾ ਰਹੇ ਅਤੇ ਸਾਡੇ ਨਾਲ ਵੀ ਨਹੀਂ ਅੱਖ ਮਿਲਾ ਰਹੇ, ਪਰ ਜਿਹੜਾ ਧਿਆਨ ਆ ਉਹ ਇਹਨਾਂ ਦੀ ਆਪਣੀ ਕਲਾ ਦੇ ਵਿੱਚ ਰੁੱਝਿਆ ਹੋਇਆ ਹੈਗਾ। ਪੰਜਾਬ ਦਾ ਬਹੁਤ ਕੁਛ ਹੋ ਗਿਆ ਹੈ ਨਾ, ਬਹੁਤ ਕੁਛ ਬਦਲ ਗਿਆ। ਤੁਸੀਂ ਵੀ ਦੇਖਿਆ ਹੋਣਾ ਆਪਣੀ ਜ਼ਿੰਦਗੀ ਦੇ ਵਿੱਚ। ਪੰਜਾਬ ਨੂੰ, ਇਸ ਸ਼ਹਿਰ ਨੂੰ ਬਦਲਦੇ ਦੇਖਿਆ ਹੋਣਾ, ਇਹ ਮੋਹਾਲੀ ਨੂੰ ਬਦਲਦੇ ਦੇਖਿਆ ਹੋਣਾ, ਇਹ ਚੰਡੀਗੜ੍ਹ ਨੂੰ ਬਦਲਦੇ ਦੇਖਿਆ ਹੋਣਾ। ਕੁਝ ਬਦਲਿਆ ਤਾਂ ਬਹੁਤ ਕੁਛ ਹੈ, ਬਟ ਚੀਜ਼ ਹੁੰਦੀ ਹੈ ਕਿ ਸਭ ਨੂੰ ਬਦਲਣੇ ਨਾਲੋਂ ਆਪਣੇ ਆਪ ਨੂੰ ਬਦਲ ਲੈਣਾ ਬੈਟਰ ਹੁੰਦਾ ਹੈ। ਇਸੇ ਕਰਕੇ ਦਿਲ ਵਿੱਚ ਹਮੇਸ਼ਾ ਧਾਰਨਾ ਰਹੀ ਹੈ ਕਿ ਕਿਸੇ ਨੂੰ ਕਿਆ ਬਦਲਣਾ। ਅਗਰ ਕੋਈ ਚੰਗਾ ਨਹੀਂ ਬਣਦਾ ਨਾ ਬਣੇ, ਪਰ ਆਪਣੇ ਵੱਲੋਂ ਤਾਂ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਕਿਹਾ ਜਾਂਦਾ ਹੈ ਕਿ ਮਾਲਕ ਦਾ ਕੰਮ ਪਾਣੀ ਪਾਉਣਾ, ਪਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਕਦੇ ਕੋਈ ਜ਼ਿੰਦਗੀ 'ਚ ਅਜਿਹਾ ਮੋੜ ਆਇਆ ਹੋਵੇ ਜਦੋਂ ਕਿਹਾ ਹੋਵੇ 45 ਸਾਲਾਂ ਦੇ ਵਿੱਚ ਜ਼ਿੰਦਗੀ ਤੋਂ ਅੱਕ ਗਏ ਹੋਂ ਵੀ ਯਾਰ ਚਲੇ ਜਾਈਏ ਇੱਥੋਂ ਛੱਡ ਕੇ, ਕੁਛ ਨਹੀਂ ਰੱਖਿਆ ਜ਼ਿੰਦਗੀ 'ਚ? ਕਦੇ ਆਇਆ ਕੁਛ ਇੱਦਾਂ ਦਾ? ਪੁਰਾਣੇ ਦਾਦਿਆਂ ਤੋਂ, ਆਪਣੇ ਪੜਦਾਦਿਆਂ ਸੁਣਿਆ ਸੀ ਕਿ ਕੋਈ ਕਿਰਿਆ ਕਰਦੇ ਹੋ ਤਾਂ ਮੌਤ ਵੀ ਨਹੀਂ ਆਉਂਦੀ, ਉਹ ਵੀ ਤੁਹਾਡੇ ਉਸ ਕਿਰਿਆ ਨੂੰ ਖਤਮ ਹੋਣ ਦਾ ਵੇਟ ਕਰਦੀ ਹੈ। ਤਾਂ ਹੀ ਹੈ ਕਿ ਠੀਕ ਹੈ, ਅਗਰ ਤੂੰ ਮੌਤ ਨੂੰ ਵੀ ਅਗਰ ਲਾਣਾ ਹੈ, ਪਿੱਛੇ ਲਾਣਾ ਹੈ, ਤਾਂ ਤੂੰ ਕੰਮ 'ਚ ਹੀ ਲੱਗਾ ਰਹਿ, ताकि जब भी मौत आए तेन काम करते देखे। आखिरी ख्वाहिश पूछोगी तो यार ये बोलूँगा अगली शीट तैयार करनी है, आखिरी ख्वाहिश पूछोगी तो यार ये बोलूँगा अगली शीट तैयार करनी है। हैरी हुण फिर चैलेंज किहनूं कर रहे हो, किहड़े देश नूं चैलेंज कर रहे हो? चैलेंज अपना वैसे जिहड़ा शुरू तो चुन रखा 20 साल तो वो चाइना नूं चुन रखा है, क्योंकि चाइना जिहड़े कंट्री ने बहुत वड्डे कंट्री ने, हर चीज़ की कॉपी कर लेंदे ने। उन्होंने नूडल बनाते, चौल बनाते, बल्ब क्या कुछ बनाते, उन्होंने सूरज बनाते, चंद बनाते। तो हैरी भी चेक करना चाहता है कि निमाणा या छोटा हैरी आर्टिस्ट है जो ड्राइंग बनाता है, ठीक है, चाइना में कोई दी ड्राइंग की कॉपी करके दिखा सकता है जिदा हैरी ने अपनी कंडीशन बनाया है, ठीक है। चाइना में कोई दी ड्राइंग की कॉपी करके दिखा सकता है, ठीक है, चाइना में कोई दी ड्राइंग की कॉपी करके दिखा सकता है। बनाया की है, की लगता है की बनाया गया जिहड़ा कि कॉपी नहीं हो सकती इसदा कि विदाउट पेंसिल, विदाउट रबड़, विदाउट स्केल आ। दूसरा प्रगटाया गया इस दे विच कि हाँ जो कर्म करूँ ਉਹੀ ਆਪਣੀ ਪਛਾਣ ਬਣਾਉਣ 'ਚ ਕਾਮਯਾਬ ਹੁੰਦੇ ਨੇ। ਇਹ ਤਾਂ ਬਹੁਤ ਲੋਕੀ ਤੁਰੇ ਫਿਰਦੇ ਨੇ, ਬਟ ਮੰਜ਼ਿਲ ਉਹੀ ਪਾਉਂਦੇ ਨੇ ਜੋ ਆਪਣੇ ਕਰਮ 'ਚ ਬਿਲੀਵ ਕਰਦੇ ਨੇ। ਚਮਕ ਪਿੱਛੇ ਜਾਣ ਵਾਲੇ ਫਿਰ ਉਹ ਟਾਈਮ ਦੇ 84 ਲੱਖ ਜੂਨਾਂ ਵਿੱਚ ਚਲੇ ਜਾਂਦੇ ਨੇ। ਘਰ ਦੇ ਵਿੱਚ ਕੌਣ ਕੌਣ ਹੈ? ਜਿਵੇਂ ਕਿਹਾ ਵੀ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਿਆ, ਮਾਤਾ ਪਿਤਾ ਪਹਿਲਾਂ ਹੀ ਦੂਰ ਚਲੇ ਗਏ। ਦੂਰ ਕਿੱਥੇ ਚਲੇ ਗਏ? ਮੁੜ ਕੇ ਯਾਦ ਨਹੀਂ ਆਈ ਮਾਤਾ ਪਿਤਾ ਦੀ, ਮਿਲਣ ਦੀ ਕੋਸ਼ਿਸ਼ ਨਹੀਂ ਕਰੀ। ਇੱਕ ਹਾਲਾਤ ਬਣਾ ਦਿੰਦੇ ਨੇ ਕਿ ਹਾਂ ਕਿ ਚੈਲੰਜ ਹੋ ਜਾਂਦੇ ਨੇ ਲਾਈਫ ਨਾਲ ਵੀ। ਬੜਿਆਂ ਨੇ ਚੈਲੰਜ ਕੀਤਾ ਕੁਝ ਬਣ ਕੇ ਦਿਖਾਓ, ਤਾਂ ਉਹਨਾਂ ਨੇ ਕਿਹਾ ਸੀ ਕਿ ਠੀਕ ਹੈ ਕੁਝ ਬਣ ਕੇ ਦਿਖਾਊਂਗਾ ਤਾਂ ਹੀ ਤੁਹਾਡੇ ਸਾਹਮਣੇ ਆਊਂਗਾ। ਤਾਂ ਉਸ ਕਰਕੇ ਟਾਈਮ ਜ਼ਿਆਦਾ ਹੋ ਗਿਆ ਆਪਣੇ ਨੂੰ, ਤਾਂ ਕੁਛ ਛੱਡ ਕੇ ਚਲੇ ਗਏ, ਕੁਛ ਹੈ ਹੁਣ। ਅਗਰ ਤੁਸੀਂ ਹੋ ਤਾਂ ਤੁਹਾਡਾ ਜਿਹੜਾ ਸਰੀਰ ਆ ਉਹੀ ਤੁਹਾਡਾ ਆਪਣਾ ਹੈ, ਔਰ ਕਿਸੇ ਨੂੰ ਤੁਸੀਂ ਆਪਣਾ ਨਾ ਸਮਝੋਗੇ ਉਹ ਤੁਹਾਡਾ ਆਪਣਾ ਹੈ, ਉਹ ਆਪਣਾ ਨਹੀਂ। ਘਰ ਦੇ ਵਿੱਚ ਜਿਵੇਂ ਕਿਹਾ ਜਾਂਦਾ ਵੀ ਪੁੱਤ ਜਵਾਨ ਹੋ ਗਿਆ, 20-25 ਸਾਲ ਦੀ ਉਮਰ ਹੋ ਗਈ, ਉਸ ਦੀ ਮੈਰਿਜ ਕਰ ਦਈਏ, ਉਸ ਨੂੰ ਵਿਆਹ ਦਈਏ, ਇੱਦਾਂ ਦੀਆਂ ਗੱਲਾਂ ਚੱਲੀਆਂ ਘਰ ਦੇ ਵਿੱਚ ਦਾਦਾ ਦਾਦੀ ਵੱਲੋਂ। ਤਾਂ ਜਦੋਂ ਪਿਆਰ ਹੀ ਆਪਣੀ ਡਰਾਇੰਗ ਨਾਲ ਪੈ ਗਿਆ ਤਾਂ ਕਿਸੇ ਹੋਰ ਨਾਲ ਪਿਆਰ ਕਿੱਦਾਂ ਪਾ ਸਕਦੇ ਹਾਂ? ਤੇ ਵਿਆਹ ਵੀ ਕੀਤਾ ਤਾਂ ਆਪਣੀ ਡਰਾਇੰਗ ਨਾਲ ਕੀਤਾ ਹੈ ਬਸ, ਤੇ ਦੂਸਰੀ ਨਾਲ ਵਿਆਹ ਕਿੱਦਾਂ ਕਰ ਸਕਦੇ ਹਾਂ? ਹਵਾ ਤਾਂ ਮਹਿਸੂਸ ਹੁੰਦੀ ਆ, ਹਵਾ ਜਦੋਂ ਮਹਿਸੂਸ ਹੁੰਦੀ ਆ ਕੀ ਕਹਿ ਕੇ ਆਉਂਦੀ ਆ? ਹਵਾ ਤਾਂ ਸਾਂਸਾਂ ਕਰਕੇ ਆਉਂਦੀ ਆ, ਸਿਗਨਲ ਦਿੰਦੀ ਕਿ ਮੈਂ ਆ ਗਈ ਹਾਂ। ਬਾਕੀ ਅੱਗੇ ਉਹਨੂੰ ਫੀਲ ਕਰਨਾ ਸਾਡੇ ਉੱਪਰ ਡਿਪੈਂਡ ਕਰਦਾ ਕਿ ਅਸੀਂ ਉਹਨੂੰ ਫੀਲ ਕਰਦੇ ਕਿ ਨਹੀਂ ਕਰਦੇ ਹਾਂ। ਕਿਹਾ ਜਾਂਦਾ ਮਿਹਨਤ ਹੁੰਦੀ ਆ ਜਿਹੜੀ ਉਹ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਆ। ਬੰਦੇ ਦਾ ਕਰਮ ਹੁੰਦਾ ਕੰਮ ਕਰਨਾ, ਜੇਕਰ ਬੰਦਾ ਕੰਮ ਕਰਦਾ ਰਹੇ ਤਾਂ ਉਸਦੇ ਜਿਹੜੇ ਕਰਮ ਨੇ ਉਹ ਚੱਲਦੇ ਰਹਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ KTV UK ਤੇ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਜੇ ਗੱਲ ਕਰੀਏ ਤਾਂ ਸਾਡੇ ਨਾਲ ਹੈਰੀ ਆਰਟਿਸਟ ਮੌਜੂਦ ਨੇ। ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ, ਅਸੀਂ ਆਪਣੀ ਕਲਾ ਦੇ ਵਿੱਚ ਮਗਨ ਨੇ। ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਤਸਵੀਰਾਂ ਨੇ ਇਹ ਇੱਕ ਇੱਦਾਂ ਲੱਗਦੀਆਂ ਨੇ ਕਿ ਇਹਨਾਂ ਦੇ ਵਿੱਚ ਬਸ ਜਾਨ ਪਾਉਣੀ ਕਾਫੀ ਆ, ਉਸ ਤੋਂ ਬਾਅਦ ਇਹਨਾਂ ਨੇ ਬੋਲਣਾ ਸ਼ੁਰੂ ਕਰ ਦੇਣਾ। ਇਹ ਅਜਿਹੀਆਂ ਤਸਵੀਰਾਂ ਨੇ। ਗੱਲਬਾਤ ਵੀ ਕਰਾਂਗੇ ਹੈਰੀ ਦੇ ਨਾਲ, ਕੀ ਕਹਿਣਾ ਗਾ, ਕਦੋਂ ਤੋਂ ਡਰਾਇੰਗ ਦੀ ਕਲਾ ਦੇ ਵਿੱਚ ਆਏ ਨੇ
ਸੋ ਤੁਸੀਂ ਇਹ ਦੇਖ ਸਕਦੇ ਹੋ ਬਾ ਕਮਾਲ ਜਿਹੜੀ ਡਰਾਇੰਗ ਆ ਕਰਦੇ ਨੇ। ਤੇ ਹੈਰੀ ਦੇ ਨਾਲ ਗੱਲਬਾਤ ਕਰਦੇ ਆ। ਇਸ ਵਕਤ ਅਸੀਂ ਮੋਹਾਲੀ ਦੇ ਵਿੱਚ ਬੈਠੇ ਹੋਏ ਹਾਂ 3v2 ਜਿਹੜੀ ਮਾਰਕੀਟ ਆ ਉੱਥੇ ਆ। ਹੈਰੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਔਰ ਸੁਣਨ ਵਾਲੇ ਸਾਰਿਆਂ ਨੂੰ, ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਹੈਰੀ ਆਰਟਿਸਟ ਵੱਲੋਂ। ਸਟਾਰਟਿੰਗ ਉੱਥੇ ਹੀ ਹੁੰਦੀ ਆ। ਹਰ ਕਿਸੇ ਦਾ ਸੁਪਨਾ ਹੁੰਦਾ ਕਿ ਮੈਂ ਵੱਡਾ ਹੋ ਕੇ ਆ ਕੁਝ ਕਰਾਂਗਾ। ਤੁਹਾਡਾ ਕੀ ਸੁਪਨਾ ਸੀਗਾ? ਆਪਣਾ ਸੁਪਨਾ ਸੀ ਕਿ ਕੁਝ ਅਲੱਗ ਕਰਕੇ ਦਿਖਾਣਾ, ਦੇਸ਼ ਦਾ ਨਾਮ ਰੌਸ਼ਨ ਕਰਨਾ। ਭਗਤ ਸਿੰਘ, ਰਾਜਗੁਰੂ, ਸੁਖਦੇਵ ਇਹਨਾਂ ਦਾ ਨਾਮ ਬਹੁਤ ਦੇਰ ਤੋਂ ਸੁਣਦੇ ਆਏ ਸੀ, ਪਰ ਦਿਲ ਵਿੱਚ ਖੁਆਇਸ਼ ਸੀ ਕਿ ਉਹ ਤਾਂ ਕੁਝ ਕਰ ਗਏ, ਪਰ ਆਪਾਂ ਕੀ ਕਰ ਸਕਦੇ ਹਾਂ ਦੇਸ਼ ਲਈ। ਤਾਂ ਫਿਰ ਇੱਕ ਤਰ੍ਹਾਂ ਇਹ ਰੱਬ ਨੇ ਇੱਕ ਓਪਰਚੁਨਿਟੀ ਦਿੱਤੀ, ਇੱਕ ਮੌਕਾ ਦਿੱਤਾ ਆਪਣੇ ਨੂੰ, ਕਿਸ ਲਾਇਕ ਬਣ ਕੇ ਕੁਝ ਦਿਖਾ ਸਕੀਏ ਤੇ ਆਪਣਾ ਸੁਪਨਾ ਪੂਰਾ ਕਰ ਸਕਾਂ ਜੀ। ਹੈਰੀ ਕਿੰਨਾ ਟਾਈਮ ਹੋ ਗਿਆ? ਛੋਟੇ ਹੁੰਦੇ ਕਿੱਥੋਂ ਪਰਿਵਾਰ ਦਾ ਪਿਛੋਕੜ ਕਿੱਥੋਂ ਆ? ਕਿੱਥੋਂ ਸਟਾਰਟਿੰਗ ਹੁੰਦੀ ਆ ਤੁਹਾਡੀ ਜ਼ਿੰਦਗੀ ਦੀ? ਜ਼ਿੰਦਗੀ ਸਟਾਰਟਿੰਗ ਤਾਂ ਵੈਸੇ ਚੰਡੀਗੜ੍ਹ ਤੋਂ ਹੋਈ ਸੀ, ਪਰ ਹੌਲੀ ਹੌਲੀ ਕਰਦੇ ਫਿਰ ਦਾਦਾ ਦਾਦੀ ਕੋਲ ਰਿਹਾ, ਤਾਂ ਇਸ ਕਰਕੇ ਫਿਰ ਡੈਡੀ ਮੰਮੀ ਥੋੜ੍ਹਾ ਦੂਰ ਹੋ ਗਏ। ਤਾਂ ਡਰਾਇੰਗ 'ਚ ਆਏ ਹੋ ਵੈਸੇ ਇਸ ਫੀਲਡ 'ਚ ਆਏ ਆਪਣੇ 20 ਸਾਲ ਹੋ ਗਏ ਹੁਣ। ਵੈਸੇ 2000 ਤੋਂ ਸਟਾਰਟ ਕੀਤਾ ਸੀ ਆਪਣਾ ਸਫ਼ਰ, ਅਤੇ 20 ਸਾਲ ਦਾ ਸਫ਼ਰ ਹੁਣ ਤੈਅ ਕਰ ਲਿਆ ਹੈ। ਯਾਨੀ ਕਹਿ ਸਕਦੇ ਹੋ ਕਿ 20 ਸਾਲ ਹੋਇਆ ਜਾਗੇ ਹੋਏ। ਬੇਸ਼ੱਕ ਉਮਰ 45 ਸਾਲ ਹੋ ਗਈ, ਪਰ ਜਾਗੇ ਹੋਏ 20 ਸਾਲ ਦੀ ਉਮਰ ਹੋਈ ਹੈ। ਇਸ ਤੋਂ ਪਹਿਲਾਂ 20 ਸਾਲ ਪਹਿਲਾਂ ਕੀ ਕਰਦੇ ਸੀਗੇ? ਜੇਕਰ 45 ਸਾਲ ਉਮਰ ਹੋਈ ਆ ਤਾਂ 25 ਸਾਲ ਤੱਕ ਪੜ੍ਹਾਈ ਕਰਦੇ ਰਹੇ ਜਾਂ ਕੁਝ ਹੋਰ ਕਰਦੇ ਰਹੇ? ਬਸ ਪੜ੍ਹਾਈਆਂ ਲੱਗੇ ਰਹੇ, ਜਿੱਦਾਂ ਘਰ ਦੇ ਚਾਹੁੰਦੇ ਸੀ ਕਿ ਘਰਦਿਆਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਬਣੋ ਉਹ ਬਣੋ, ਉਸ ਟਾਈਪ 'ਚ ਲੱਗੇ ਰਹੇ। ਆਪਣੇ ਆਪ ਨੂੰ ਐਕਸਪਲੋਰ ਨਹੀਂ ਕਰ ਸਕੇ, ਬਟ ਜਦੋਂ ਕਰਨ ਦਾ ਮੌਕਾ ਮਿਲਿਆ ਤਾਂ ਹੀ ਕਿਹਾ ਕਿ ਉਸ ਵੇਲੇ ਤਾਂ ਹੀ ਜਾਗੇ। ਤਾਂ ਜਾਗੇ ਹੋਏ 20 ਸਾਲ ਹੋਏ ਅਜੇ ਜੀ। ਘਰ ਦੇ ਕੀ ਕਹਿੰਦੇ ਸੀ ਵੀ ਕੀ ਬਣਨਾਗਾ? ਘਰ ਦੇ ਪੁਲਿਸ ਆਫਿਸਰ ਕਹਿੰਦੇ ਸੀ ਜਾਂ ਕੋਈ PPS ਕਹਿੰਦੇ ਸੀ ਜਾਂ ਕੋਈ IPS ਕਹਿੰਦੇ ਸੀ ਵੀ ਇਦਾਂ ਦਾ ਕੁਝ ਬਣਨਾਗਾ? ਘਰਦਿਆਂ ਦਾ ਇਹ ਹੁੰਦਾ ਕਿ ਜਾਂ ਡਾਕਟਰ ਜਾਂ ਇੰਜੀਨੀਅਰ। ਉਹਨਾਂ ਦੀ ਪਹਿਲੀ ਪ੍ਰੈਫਰੈਂਸ ਤਾਂ ਇਹ ਹੁੰਦੀ ਹੈ ਕਿ ਸਾਡਾ ਬੇਟਾ ਇਹ ਬਣੇ। ਉਹਨਾਂ ਦਾ ਵੀ ਇਹੀ ਕਹਿਣਾ ਸੀ, ਹਾਂ PMT ਕਰੋ, CT ਕਲੀਅਰ ਕਰੋ, ਇੰਜੀਨੀਅਰ ਕਰੋ ਜਾਂ ਡਾਕਟਰ ਦਾ ਕਰੋ। ਬਟ ਆਪਣੇ ਇੰਟਰਸਟ ਉੱਪਰ ਹੁੰਦਾ ਹੈ, ਰੱਬ ਨੇ ਜਿੱਧਰ ਲੈ ਕੇ ਆਉਣਾ ਹੈ ਉੱਧਰ ਹੀ ਲੈ ਕੇ ਆਉਂਦਾ ਹੈ। ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈਰੀ ਆਰਟਿਸਟ ਆ, ਇਹ ਬੇਸ਼ੱਕ ਮੈਕ ਤੇ ਗੱਲ ਕਰ ਰਿਹਾ, ਪਰ ਜਿਹੜੀ ਧਿਆਨ ਆ ਉਹ ਇਹਨਾਂ ਦੀ ਕਲਾ ਦੇ ਵਿੱਚ ਆ। ਉਹ ਜਿਹੜਾ ਧਿਆਨ ਆ ਉਹ ਇੱਕ ਡਰਾਇੰਗ ਦੇ ਵਿੱਚ ਆ। ਅੱਖ ਦੇ ਵਿੱਚ ਅੱਖ ਨਹੀਂ, ਕੈਮਰੇ ਦੀ ਅੱਖ ਦੇ ਵਿੱਚ ਅੱਖ ਵੀ ਨਹੀਂ ਪਾ ਰਹੇ ਤੇ ਸਾਡੇ ਨਾਲ ਵੀ ਨਹੀਂ ਅੱਖ ਮਿਲਾ ਰਹੇ, ਪਰ ਜਿਹੜਾ ਧਿਆਨ ਆ ਉਹ ਇਹਨਾਂ ਦੀ ਆਪਣੀ ਕਲਾ ਦੇ ਵਿੱਚ ਰੁੱਝਿਆ ਹੋਇਆ ਹੈਗਾ। ਹੈਰੀ ਕੀ ਚਾਹੁੰਦੇ ਹੋਗੇ? ਪੰਜਾਬ ਦਾ ਬਹੁਤ ਕੁਝ ਹੋ ਗਿਆ ਹੈ ਨਾ, ਬਹੁਤ ਕੁਝ ਬਦਲ ਗਿਆ। ਤੁਸੀਂ ਵੀ ਦੇਖਿਆ ਹੋਣਾ ਆਪਣੀ ਜ਼ਿੰਦਗੀ ਦੇ ਵਿੱਚ। ਪੰਜਾਬ ਨੂੰ, ਇਸ ਸ਼ਹਿਰ ਨੂੰ ਬਦਲਦੇ ਦੇਖਿਆ ਹੋਣਾ, ਇਹ ਮੋਹਾਲੀ ਨੂੰ ਬਦਲਦੇ ਦੇਖਿਆ ਹੋਣਾ, ਇਹ ਚੰਡੀਗੜ੍ਹ ਨੂੰ ਬਦਲਦੇ ਦੇਖਿਆ ਹੋਣਾ। ਹੁਣ ਕਿੱਥੇ ਜੇ ਦੇਖਦੇ ਹੋ? ਦੇਖੋ ਬਦਲਿਆ ਤਾਂ ਬਹੁਤ ਕੁਛ ਹੈ, ਬਟ ਚੀਜ਼ ਹੁੰਦੀ ਹੈ ਕਿ ਸਭ ਨੂੰ ਬਦਲਣੇ ਨਾਲੋਂ ਆਪਣੇ ਆਪ ਨੂੰ ਬਦਲ ਲੈਣਾ ਬੈਟਰ ਹੁੰਦਾ ਹੈ। ਅਤੇ ਉਸੀ ਕਰਕੇ ਦਿਲ ਵਿੱਚ ਹਮੇਸ਼ਾ ਧਾਰਨਾ ਰਹੀ ਹੈ ਕਿ ਕਿਸੇ ਨੂੰ ਕਿਆ ਬਦਲਣਾ। ਅਗਰ ਕੋਈ ਚੰਗਾ ਨਹੀਂ ਬਣਦਾ ਨਾ ਬਣੇ, ਪਰ ਆਪਣੇ ਵੱਲੋਂ ਤਾਂ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਆਪਣੇ ਵੱਲੋਂ ਸਟੈਪ ਲਿਆ ਜਾਏ, ਕੁਝ ਬਣ ਜਾਓ ਤਾਂ ਕਿ ਇੰਸਪੀਰੇਸ਼ਨ ਬਣੋ। ਤਾਂ ਉਹੀ ਸਟੈਪ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਕਰੋ। ਬਟ ਅਗਰ ਕਿਸੇ ਨੂੰ ਕਹਿਣਾ ਕਿ ਇਸ ਤਰ੍ਹਾਂ ਕਰੋ, ਤਾਂ ਫਿਰ ਉਹਦੇ ਲਈ ਤੁਹਾਡਾ ਵੀ ਬਣਨਾ ਬਹੁਤ ਜ਼ਰੂਰੀ ਹੈ, ਪ੍ਰੂਵ ਕਰਨਾ ਤੁਹਾਡਾ ਬਹੁਤ ਜ਼ਰੂਰੀ ਹੈ। ਛੋਟੇ ਛੋਟੇ ਬੱਚੇ ਆਉਂਦੇ ਹੋਣੇ ਆ ਤੁਹਾਡੇ ਕੋਲ, ਕਹਿੰਦੇ ਹੋਣੇ ਵੀ ਸਾਨੂੰ ਵੀ ਸਿਖਾ ਦਿਓ ਇੱਦਾਂ ਦਾ ਕੁਝ ਜੋ ਤੁਸੀਂ ਕਰ ਰਹੇ ਹੋ। ਨਹੀਂ, ਬੱਚੇ ਆਉਂਦੇ ਨੇ, ਬਟ ਉਹਨਾਂ ਦੇ ਕਿਉਂਕਿ ਉਹ ਇੰਨੀ ਮਿਹਨਤ ਕਰਦੇ ਮਤਲਬ ਅਜੇ ਤਿਆਰ ਨਹੀਂ ਹੈ ਕਿ ਆਪਣੀ ਡਰਾਇੰਗ ਹੈ ਕੁਛ ਅਲੱਗ ਤਰ੍ਹਾਂ ਦੀ, ਆਪਣੇ ਕਨਸੈਪਟ ਕੁਛ ਅਲੱਗ ਸੀਗੇ। ਕੋਈ ਚੈਲੰਜ ਕਰਨਾ, ਵਰਲਡ ਰਿਕਾਰਡ ਬਣਾਉਣੇ, ਅਤੇ ਬੱਚਿਆਂ ਦੀ ਖੁਆਇਸ਼ ਤਾਂ ਹੁੰਦੀ ਹੈ ਕਿ ਹਾਂ ਵੀ ਆਪਾਂ ਇਹ ਬਣਾਈਏ। ਬਟ ਕਈ ਚੀਜ਼ਾਂ ਹੁੰਦੀਆਂ ਨੇ ਕਿ ਆਉਣਗੀਆਂ, ਪਰ ਉਹਨਾਂ ਟਾਈਮ ਅਜੇ ਨਹੀਂ ਆ ਉਹਨਾਂ ਚੀਜ਼ਾਂ ਲਈ। ਤਾਂ ਹੀ ਉਹਨਾਂ ਅਜੇ ਬੱਚਿਆਂ ਨੂੰ ਥੋੜ੍ਹਾ ਪਿੱਛੇ ਰੱਖਣਾ ਪਿਆ ਕਿ ਨਹੀਂ ਅਜੇ ਨਹੀਂ, ਬੱਚਿਆਂ ਟਾਈਮ ਨਹੀਂ ਹੈ ਅਜੇ, ਹੁਣ ਬੜਿਆਂ ਟਾਈਮ ਹੈ ਬੜਿਆਂ ਨੂੰ ਕਰਕੇ ਦਿਖਾਉਣ ਦਾ। ਵਰਲਡ ਰਿਕਾਰਡ ਕਿੱਥੋਂ ਤੱਕ ਬਣਾਉਣਾ ਚਾਹੁੰਦੇ ਹੋ ਵੀ ਅਸੀਂ ਇੱਥੋਂ ਤੱਕ ਬਣਾ ਲਈਏ ਵੀ ਆਹ ਦੇਸ਼ ਨੂੰ ਅਸੀਂ ਚੈਲੰਜ ਕਰਨਾ ਗਾ ਅਤੇ ਇੱਥੇ ਜੇ ਜਾ ਕੇ ਸਾਡੀ ਜਿਹੜੀ ਫੇਸ ਆ ਉਹ ਖੜ੍ਹ ਜਾਏਗਾ? ਵਰਲਡ ਰਿਕਾਰਡ ਆਪਣਾ ਇਹ ਸੀ ਕਿ ਡਰਾਇੰਗ ਦਾ ਨਾਨ ਸਟਾਪ ਡਰਾਇੰਗ ਦਾ ਵਰਲਡ ਰਿਕਾਰਡ ਹੋਏ ਕਿ 2 ਦਿਨ 3 ਦਿਨ 4 ਦਿਨ 5 ਦਿਨ ਲਗਾਤਾਰ ਡਰਾਇੰਗ ਕਰਦੇ ਰਹਿਣਾ। ਇਹਦਾ ਵਰਲਡ ਰਿਕਾਰਡ ਬਣਾਉਣ ਦੀ ਖੁਆਇਸ਼ ਰੱਖੀ ਹੈ ਹੈਰੀ ਆਰਟਿਸਟ ਨੇ, ਕਿ ਬਹੁਤ ਸੁਣਿਆ ਕਿ ਬੰਦੇ ਨੇ ਰਿਕਾਰਡ ਬਣਾਏ ਨੇ। ਅਤੇ ਫਿਰ ਆਪਣੀ ਵੀ ਖੁਆਇਸ਼ ਹੈ ਕਿ ਹਾਂ ਕਿ ਐਸਾ ਰਿਕਾਰਡ ਹੋਣਾ ਚਾਹੀਦਾ ਕਿ ਰਿਕਾਰਡ ਵਾਲੇ ਖੁਦ ਬੋਲਣ ਕਿ ਹਾਂਜੀ ਰਿਕਾਰਡ ਬਣ ਚੁੱਕਾ ਹੈ, ਹੁਣ ਤੁਸੀਂ ਉੱਠ ਸਕਦੇ ਹੋ। ਤਾਂ ਕਿ ਕੰਮ ਅਗਰ ਕਰਨ ਲੱਗੋ ਤਾਂ ਫਿਰ ਦਿਨ ਰਾਤ ਨੂੰ ਕਿਆ ਦੇਖਣਾ ਕਿ ਦਿਨ ਹੋ ਗਈ ਰਾਤ ਹੋ ਗਿਆ। ਜਦ ਕੰਮ ਕਰ ਹੀ ਦਿੱਤਾ ਸ਼ੁਰੂ ਤਾਂ ਲੱਗੇ ਲਓ, ਜਦ ਤੱਕ ਤੁਹਾਡੇ ਹੱਥ ਪੈਰ ਚੱਲਦੇ ਆ। ਆਪਣੀ ਇਹ ਕਹਿਣੀ ਹੈ। ਸੋ ਦੱਸ ਦਈਏ ਕਿ ਹੈਰੀ ਨੂੰ ਅਸੀਂ ਪਹਿਲਾਂ ਵੀ ਦੇਖਦੇ ਹੁੰਦੇ ਆਂਗੇ, ਇਹ ਇੱਥੇ ਤਕਰੀਬਨ ਰਾਤ ਨੂੰ 10 ਵਜੇ ਜਾਂਦੇ ਨੇ। ਇਹਨਾਂ ਦੀ ਜਿਹੜੀ ਡਰਾਇੰਗ ਆ ਉਹ ਚੱਲਦੀ ਰਹਿੰਦੀ ਆ। ਹੈਰੀ ਇੱਥੇ ਕਿੰਨੇ ਵਜੇ ਆ ਜਾਂਦੇ ਹੋ ਅਤੇ ਕਿੰਨੇ ਵਜੇ ਤੱਕ? ਜਿਵੇਂ ਮੈਂ ਕਿਹਾ ਵੀ 10 ਵਜੇ ਤੱਕ ਤਾਂ ਅਸੀਂ ਆਪ ਦੇਖਿਆ, ਇਸ ਤੋਂ ਬਾਅਦ ਕਦੋਂ ਤੱਕ ਚੱਲਦੀ ਆ ਤੁਹਾਡੀ ਡਰਾਇੰਗ ਆ ਜਿਹੜੀ? ਨਹੀਂ, ਉਹ ਵੈਸੇ ਆ ਤਾਂ 9:30 ਵਜੇ ਸ਼ੁਰੂ ਹੋ ਜਾਂਦੀ ਆਪਣੀ ਡਰਾਇੰਗ ਸਵੇਰੇ ਮਾਰਨਿੰਗ। ਰਾਤ ਨੂੰ ਫਿਰ ਇਹ ਕਿ ਜਿੱਥੇ ਲਾਈਟ ਹੁੰਦੀ ਉੱਥੇ ਬੈਠ ਗਏ। ਹੁਣ ਕਈ ਵਾਰ ਇੱਥੇ ਲਾਈਟ ਘੱਟ ਹੋ ਜਾਂਦੀ ਹੈ ਤਾਂ ਫਿਰ ਦੂਸਰੀ ਜਗ੍ਹਾ ਚੇਂਜ ਕਰ ਲਿਆ।
ਵੈਸੇ ਮੇਨ ਆਬਜੈਕਟਿਵ ਆਪਣਾ ਨਾਨ ਸਟਾਪ ਦਾ ਹੀ ਰਹਿੰਦਾ ਹੈ ਕਿ ਹਾਂ ਜਿੱਥੇ ਜ਼ਿਆਦਾਤਰ ਹੋ ਸਕੇ, ਜਿੰਨਾ ਟਾਈਮ ਹੋ ਸਕੇ ਜ਼ਿਆਦਾ ਆਪਣੇ ਕੰਮ ਉੱਪਰ ਬਤੀਤ ਕੀਤਾ ਜਾਏ। ਜੇ ਗੱਲ ਕਰੀਏ ਤਾਂ ਇੱਕ ਵਕਤ ਤੁਹਾਡੇ ਵਿੱਚੋਂ ਝਾਤ ਮਾਰਦੀ ਆ, ਜਿਵੇਂ ਡਰਾਇੰਗ ਅਸੀਂ ਤੁਹਾਡੀ ਦੇਖਦੇ ਹਾਂ ਵੀ ਜਿਵੇਂ ਪੰਜਾਬੀ ਦਾ ਕੋਈ ਸ਼ਾਇਰ ਬੈਠਾ ਹੋਵੇ, ਬਾਬਾ ਨਜ਼ਮੀ ਜਾਂ ਬਾਬਾ ਬੁੱਲੇ ਸ਼ਾਹ ਵਰਗੇ ਬੈਠੇ ਹੋਣ ਨਾ ਸ਼ਾਇਰ, ਉਹੇ ਜੀ ਝਾਤ ਤੁਹਾਡੇ 'ਚੋਂ ਮਾਰਦੀ ਆ। ਤੁਹਾਡੇ ਕੋਲ ਇੱਕ ਕਲਾ ਗਈ, ਅਲੱਗ ਕਲਾ ਗਈ ਇਹ, ਇਸ ਦੇ ਨਾਲ ਤੁਸੀਂ ਬਿਆਨ ਕਰ ਸਕਦੇ ਹੋ ਕਿ ਅਸੀਂ ਲੋਕਾਂ ਨੂੰ ਕੀ ਦੇਣਾਗਾ ਜਾਂ ਇਸ ਸਮਾਜ ਨੂੰ ਕੀ ਦੇਣਾ। ਅੱਜ ਦਾ ਸਮਾਜ ਬੜਾ ਗੰਧਲਾ ਹੁੰਦਾ ਜਾ ਰਿਹਾ। ਅੱਜ ਦਾ ਸਮਾਜ, ਜੇ ਨੌਜਵਾਨੀ ਦੀ ਗੱਲ ਕਰੀਏ ਤਾਂ ਬੜੀ ਨਸ਼ੇ 'ਚ ਡੁੱਬਦੀ ਜਾ ਰਹੀ ਆ ਨੌਜਵਾਨੀ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਸ ਦੇਸ਼ ਨੂੰ ਛੱਡ ਕੇ ਭੱਜਣ ਲਈ ਮਜਬੂਰ ਆ ਨੌਜਵਾਨੀ। ਆਖਰ ਕਿਉਂ? ਉਹ ਇਹ ਹੈ ਕਿ ਇੰਨੇ ਵੱਡੇ, ਜਿੱਦਾਂ ਅਸੀਂ ਨਾਮ ਲਏ ਪਹਿਲਾਂ ਇੰਨੇ ਬੜਿਆਂ ਦੇ ਲੋਕਾਂ ਦੇ, ਇੰਨੇ ਬੜੇ ਤਾਂ ਚਲੋ ਆਪਾਂ ਹੈਰੀ ਆਰਟਿਸਟ ਜੇ ਨਹੀਂ ਬਣ ਸਕਦਾ, ਪਰ ਇਹ ਹੈ ਕਿ ਜੋ ਉਹਨਾਂ ਦੇ ਸੰਸਕਾਰ ਨੇ ਅਗਰ ਉਹਨਾਂ ਅਪਣਾਈਏ ਤਾਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ। ਚਲੋ ਸਰੀਰ ਨਹੀਂ ਤਾਂ ਉਹਨਾਂ ਦੇ ਪੈਰ ਬਰਾਬਰ ਹੀ ਬਣ ਜਾਈਏ, ਉਂਗਲੀਆਂ ਵਾਂਗੂ ਹੀ ਬਣ ਜਾਈਏ, ਇਹ ਆਪਣੀ ਖੁਆਇਸ਼ ਰਹੀ ਹੈ। ਬਾਕੀ ਅੱਜ ਕੱਲ੍ਹ ਦੀ ਦੁਨੀਆ ਬਾਰੇ ਇਹ ਹੈ ਕਿ ਪਹਿਲਾਂ ਕੁਝ ਬਣ ਕੇ ਦਿਖਾਓ ਆਪਣੇ ਆਪ, ਤਾਂ ਕਿ ਤੁਸੀਂ ਐਗਜ਼ਾਮਪਲ ਦਾ ਸੈੱਟ ਕਰ ਸਕੋ ਕਿ ਉਹ ਬੰਦੇ ਨੇ ਮਿਹਨਤ ਕੀਤੀ ਤਾਂ ਉਹ ਇਸ ਲਾਇਕ ਬਣਿਆ। ਬਾਕੀ ਅਗਰ ਕੋਈ ਦੇਖਦੇ ਹੋਏ ਵੀ ਅਗਰ ਕੋਈ ਨਹੀਂ ਕਰਦਾ ਤਾਂ ਇਹ ਫਿਰ ਉਹਦੀ ਸਟੂਪਿਡਿਟੀ ਹੁੰਦੀ ਹੈ ਕਿ ਉਹ ਆਪਣਾ ਮੂਰਖ ਆ ਆਪਣੇ ਆਪ। ਕਿਸੇ ਅਗਰ ਜਾਣਦੇ ਹੋਏ ਵੀ ਕਿ ਇਹ ਚੀਜ਼ ਗਲਤ ਆ ਉਹਨੂੰ ਕਰੋਗੇ ਤਾਂ ਓਬਵੀਅਸਲੀ ਫਿਰ ਉਸਨੂੰ ਗਲਤ ਹੀ ਕਿਹਾ ਜਾਊ। ਇਸ ਕਰਕੇ ਕੋਈ ਵੀ ਡਿਸੀਜ਼ਨ ਲਓ ਤਾਂ ਇਹ ਵੀ ਦੇਖ ਕੇ ਰਹੋ ਕਿ ਮੇਰੇ ਲਈ ਵੀ ਠੀਕ ਆ ਅਤੇ ਦੂਸਰੇ ਲਈ ਵੀ ਠੀਕ ਆ ਡਿਸੀਜ਼ਨ, ਫਿਰ ਲਓ ਉਸ ਕੰਮ 'ਚ ਅੱਗੇ ਵਧੋ ਤਾਂ ਤੁਸੀਂ ਜ਼ਰੂਰ ਤਰੱਕੀ ਕਰੋਗੇ, ਬਿਲਕੁਲ ਕਰੋਗੇ। ਜਿਵੇਂ ਕਿਹਾ ਜਾਂਦਾ ਹੈ ਕਿ ਮਾਲਕ ਦਾ ਕੰਮ ਪਾਣੀ ਪਾਉਣਾ, ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਕਦੇ ਕੋਈ ਜ਼ਿੰਦਗੀ 'ਚ ਅਜਿਹਾ ਮੋੜ ਆਇਆ ਹੋਵੇ ਜਦੋਂ ਕਿਹਾ ਹੋਵੇ 45 ਸਾਲਾਂ ਦੇ ਵਿੱਚ ਜ਼ਿੰਦਗੀ ਤੋਂ ਅੱਕ ਗਏ ਹੋਂ ਵੀ ਯਾਰ ਚਲੇ ਜਾਈਏ ਇੱਥੋਂ ਛੱਡ ਕੇ, ਕੁਛ ਨਹੀਂ ਰੱਖਿਆ ਜ਼ਿੰਦਗੀ 'ਚ, ਕਦੇ ਆਇਆ ਕੁਛ ਇੱਦਾਂ ਦਾ? ਨਹੀਂ, ਉਹ ਇਸ ਲਈ ਨਹੀਂ ਆਇਆ ਕਿ ਜਦੋਂ ਇੱਕ ਸ਼ੀਟ ਖਤਮ ਹੁੰਦੀ ਹੈ ਤਾਂ ਦੂਸਰਾ ਆਈਡੀਆ ਮਾਈਂਡ 'ਚ ਹੁੰਦਾ ਕਿ ਇਹ ਵਾਲਾ ਆਈਡੀਆ ਹੈ। ਫਿਰ ਇਹ ਸੋਚਿਆ, ਇਹ ਦਿਮਾਗ 'ਚ ਇਹ ਗੱਲ ਆਉਂਦੀ ਕਿ ਹਾਂ ਕਿ ਯਮਰਾਜ ਲੈਣ ਆਉਂਦੇ ਹੈ, ਉਸ ਵੇਲੇ ਲੈਣ ਆਉਂਦਾ ਕਿ ਜਿਸ ਵੇਲੇ ਬੰਦਾ ਕੁਛ ਨਾ ਕਰਦਾ ਹੋਏ। ਇਹ ਪੁਰਾਣੇ ਦਾਦਿਆਂ ਤੋਂ, ਆਪਣੇ ਪੜਦਾਦਿਆਂ ਸੁਣਿਆ ਸੀ ਕਿ ਕੋਈ ਕਿਰਿਆ ਕਰਦੇ ਹੋਵੋ ਤਾਂ ਮੌਤ ਵੀ ਨਹੀਂ ਆਉਂਦੀ, ਉਹ ਵੀ ਤੁਹਾਡੇ ਉਸ ਕਿਰਿਆ ਨੂੰ ਖਤਮ ਹੋਣ ਦਾ ਵੇਟ ਕਰਦੀ ਹੈ। ਤਾਂ ਹੀ ਹੈ ਕਿ ਠੀਕ ਹੈ, ਅਗਰ ਤੂੰ ਮੌਤ ਨੂੰ ਵੀ ਅਗਰ ਲਾਣਾ ਹੈ, ਪਿੱਛੇ ਲਾਣਾ ਹੈ, ਤਾਂ ਤੂੰ ਕੰਮ 'ਚ ਹੀ ਲੱਗਾ ਰਹਿ, ਤਾਂ ਕਿ ਜਦ ਵੀ ਮੌਤ ਆਏ ਤੈਨੂੰ ਕੰਮ ਕਰਦੇ ਹੀ ਦੇਖੇ। ਆਖਰੀ ਖੁਆਇਸ਼ ਪੁੱਛੂਗੀ ਤਾਂ ਹੈਰੀ ਇਹ ਬੋਲੂਗਾ ਅਗਲੀ ਸ਼ੀਟ ਤਿਆਰ ਕਰਨੀ ਹੈ, ਤਾਂ ਆਪਣਾ ਕੰਮ ਰੂਟੀਨ ਆਪਣਾ ਬਣਿਆ ਰਹੇਗਾ, ਕੰਟੀਨਿਊਟੀ ਆਪਣੀ ਬ੍ਰੇਕ ਨਹੀਂ ਹੋਏਗੀ। ਹੈਰੀ ਦੀ ਬੜੀ ਵੱਡੀ ਗੱਲ ਕਹੀ ਆ ਹੈਰੀ ਨੇ ਕਿ ਜੇ ਆ ਕੇ ਸਾਨੂੰ ਪ੍ਰਮਾਤਮਾ ਇਹ ਪੁੱਛੂਗਾ ਵੀ ਤੁਹਾਨੂੰ ਲੈਣ ਆਇਆ ਸੀ, ਤੁਹਾਡਾ ਆਖਰੀ ਇੱਛਾ ਕੀ ਆ, ਤਾਂ ਹੈਰੀ ਕਹਿੰਦਾ ਕਿ ਮੈਂ ਕਿਹਾ ਵੀ ਆਖਰੀ ਇੱਛਾ ਮੇਰੀ ਇਹ ਹੋਏਗੀ ਕਿ ਅਗਲੀ ਸ਼ੀਟ ਤਿਆਰ ਰਹੇ, ਵੀ ਅਗਲੀ ਸ਼ੀਟ ਮੈਨੂੰ ਹੋਰ ਦੇ ਦਿਓ, ਮੈਂ ਹੋਰ ਜਿਹੜੀ ਕਲਾ ਗਈ ਉਹ ਦਿਖਾਉਣੀ ਆ ਲੋਕਾਂ ਨੂੰ। ਹੈਰੀ ਹੁਣ ਫਿਰ ਚੈਲੰਜ ਕਿਹਨੂੰ ਕਰ ਰਹੇ ਹੋ, ਕਿਹੜੇ ਦੇਸ਼ ਨੂੰ ਚੈਲੰਜ ਕਰ ਰਹੇ ਹੋ? ਚੈਲੰਜ ਆਪਣਾ ਵੈਸੇ ਜਿਹੜਾ ਸ਼ੁਰੂ ਤੋਂ ਚੁਣ ਰੱਖਿਆ 20 ਸਾਲ ਤੋਂ, ਉਹ ਚਾਈਨਾ ਨੂੰ ਚੁਣ ਰੱਖਿਆ, ਕਿਉਂਕਿ ਚਾਈਨਾ ਜਿਹੜੇ ਕੰਟਰੀ ਨੇ ਬਹੁਤ ਵੱਡੇ ਕੰਟਰੀ ਨੇ, ਹਰ ਚੀਜ਼ ਦੀ ਕਾਪੀ ਕਰ ਲੈਂਦੇ ਨੇ। ਉਹਨਾਂ ਨੇ ਨੂਡਲ ਬਣਾਤੇ, ਚੌਲ ਬਣਾਤੇ, ਬਲਬ ਕਿਆ ਕੁਛ ਬਣਾਤੇ ਉਹਨਾਂ ਨੇ, ਸੂਰਜ ਬਣਾਤੇ, ਚੰਦ ਬਣਾਤੇ। ਤਾਂ ਹੈਰੀ ਵੀ ਚੈੱਕ ਕਰਨਾ ਚਾਹੁੰਦਾ ਕਿ ਨਿਮਾਣਾ ਜਿਹਾ ਛੋਟਾ ਹੈਰੀ ਆਰਟਿਸਟ ਹੈ ਜੋ ਡਰਾਇੰਗ ਬਣਾਉਂਦਾ ਹੈ, ਠੀਕ ਹੈ, ਚਾਈਨਾ ਵਿੱਚ ਕੋਈ ਇਹਦੀ ਡਰਾਇੰਗ ਦੀ ਕਾਪੀ ਕਰਕੇ ਦਿਖਾ ਸਕਦਾ ਹੈ ਜਿੱਦਾਂ ਹੈਰੀ ਨੇ ਆਪਣੀ ਕੰਡੀਸ਼ਨ 'ਚ ਬਣਾਇਆ। ਉਸ ਹਿਸਾਬ ਨਾਲ ਕਿ ਦੇਖਿਆ ਜਾਏ, ਦੇਖੀ ਜਾਓ ਕਿ ਉਹ ਹਰ ਚੀਜ਼ ਦੀ ਕਾਪੀ ਕਰ ਲੈਂਦੇ ਨੇ। ਤਾਂ ਕੋਈ ਨਹੀਂ, ਹੈਰੀ ਆਰਟਿਸਟ ਜੋ ਪੰਜਾਬੀ ਆ, ਇੰਡੀਅਨ ਆ, ਤਾਂ ਉਹਦੀ ਵੀ ਡਰਾਇੰਗ ਦੀ ਕਾਪੀ ਕਰਕੇ ਦਿਖਾਣ, ਇਹ ਦੇਖਣ ਦੀ ਮਾੜੀ ਖੁਆਇਸ਼ ਰੱਖੀ ਹੈ ਜ਼ਿੰਦਗੀ ਵਿੱਚ। ਹੈਰੀ ਬਣਾਇਆ ਕੀ ਆ, ਕੀ ਲੱਗਦਾ ਹੈ ਕੀ ਬਣਾਇਆ ਗਾ ਜਿਹੜਾ ਕਿ ਕਾਪੀ ਨਹੀਂ ਹੋ ਸਕਦੀ ਇਸ ਦੀ? ਇਸ ਦਾ ਕਿ ਵਿਦਾਊਟ ਪੈਨਸਿਲ, ਵਿਦਾਊਟ ਰਬੜ, ਵਿਦਾਊਟ ਸਕੇਲ ਆ, ਅਤੇ ਇਹ ਨਾਨ ਸਟਾਪ ਆ। ਇਹਦੇ ਵਿੱਚ ਪਾਣੀ ਦੀ ਇੱਕ ਬੋਤਲ ਲਈ ਗਈ ਹੈ, 24 ਘੰਟੇ ਕੰਮ ਕਰਨਾ ਤਾਂ ਪਾਣੀ ਦੀ ਇੱਕ ਬੋਤਲ ਆ, 3 ਕੱਪ ਚਾਹ ਦੇ ਨੇ, ਕੋਈ ਬ੍ਰੇਕ ਨਹੀਂ ਆ। ਤੁਸੀਂ ਦੇਖਿਆ ਇਹ ਕੰਮ ਕਰਦੇ ਹੋਏ, ਇਹ ਨਾਨ ਸਟਾਪ ਕੰਮ ਕੀਤਾ ਗਿਆ ਹੈ। ਅਤੇ ਦੂਸਰਾ ਪ੍ਰਗਟਾਇਆ ਗਿਆ ਇਸ ਦੇ ਵਿੱਚ ਕਿ ਹਾਂ ਜੋ ਕਰਮ ਕਰੂ ਉਹੀ ਆਪਣੀ ਪਛਾਣ ਬਣਾਉਣ 'ਚ ਕਾਮਯਾਬ ਹੁੰਦੇ ਨੇ। ਨਹੀਂ ਤਾਂ ਬਹੁਤ ਲੋਕ ਤੁਰੇ ਫਿਰਦੇ ਨੇ, ਬਟ ਮੰਜ਼ਿਲ ਉਹੀ ਪਾਉਂਦੇ ਨੇ ਜੋ ਆਪਣੇ ਕਰਮ 'ਚ ਬਿਲੀਵ ਕਰਦੇ ਨੇ। ਚਮਕ ਪਿੱਛੇ ਜਾਣ ਵਾਲੇ ਫਿਰ ਉਹ ਟਾਈਮ ਦੇ 84 ਲੱਖ ਜੂਨਾਂ ਵਿੱਚ ਚਲੇ ਜਾਂਦੇ ਨੇ ਜੀ। ਹੈਰੀ ਜੇ ਗੱਲ ਕਰੀਏ ਤਾਂ ਘਰ ਦੇ ਵਿੱਚ ਕੌਣ ਕੌਣ ਆ? ਜਿਵੇਂ ਕਿਹਾ ਵੀ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਿਆ, ਮਾਤਾ ਪਿਤਾ ਪਹਿਲਾਂ ਹੀ ਦੂਰ ਚਲੇ ਗਏ। ਦੂਰ ਕਿੱਥੇ ਚਲੇ ਗਏ? ਮੁੜ ਕੇ ਯਾਦ ਨਹੀਂ ਆਈ ਮਾਤਾ ਪਿਤਾ ਦੀ, ਮਿਲਣ ਦੀ ਕੋਸ਼ਿਸ਼ ਨਹੀਂ ਕਰੀ, ਇੱਕ ਕਿਤੇ ਹੋਰ ਚਲੇ ਗਏ? ਨਹੀਂ, ਹੁੰਦਾ ਨੇ ਕਿ ਕੁਛ ਹਾਲਾਤ ਬਣਾ ਦਿੰਦੇ ਨੇ ਕਿ ਹਾਂ ਕਿ ਚੈਲੰਜ ਹੋ ਜਾਂਦੇ ਨੇ ਲਾਈਫ ਨਾਲ ਵੀ। ਬੜਿਆਂ ਨੇ ਚੈਲੰਜ ਕੀਤਾ ਕੁਛ ਬਣ ਕੇ ਦਿਖਾਓ, ਤਾਂ ਉਹਨਾਂ ਨੇ ਕਿਹਾ ਸੀ ਕਿ ਠੀਕ ਹੈ ਕੁਛ ਬਣ ਕੇ ਦਿਖਾਊਂਗਾ ਤਾਂ ਹੀ ਤੁਹਾਡੇ ਸਾਹਮਣੇ ਆਊਂਗਾ। ਤਾਂ ਉਸ ਕਰਕੇ ਟਾਈਮ ਜ਼ਿਆਦਾ ਹੋ ਗਿਆ ਆਪਣੇ ਨੂੰ, ਤਾਂ ਕੁਛ ਛੱਡ ਕੇ ਚਲੇ ਗਏ, ਕੁਛ ਹੈ ਹੁਣ। ਬਟ ਆਪਣਾ ਮਕਸਦ ਉਹੀ ਰੱਖਿਆ ਕਿ ਨਹੀਂ, ਜੋ ਪਹਿਲਾਂ ਸੀ ਉਹੀ ਰਹਿਣਾ ਚਾਹੀਦਾ ਐਂਡ ਤੱਕ, ਉਹ ਮਕਸਦ ਨਹੀਂ ਬਦਲੇਗਾ। ਘਰ ਦੇ ਵਿੱਚ ਹੋਰ ਕੌਣ ਕੌਣ ਆ? ਘਰ 'ਚ ਸਾਰੇ ਨੇ, ਬਟ ਗਏ ਬਹੁਤ ਦੇਰ ਹੋ ਗਈ ਹੈ, ਤਾਂ ਹੁਣ ਕੋਈ ਪ੍ਰੈਡਿਕਟ ਕਰ ਨਹੀਂ ਸਕਦਾ ਕਿ ਕੌਣ ਨਹੀਂ ਹੈ, ਕਿਉਂਕਿ ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਸਾਰੇ ਸੁਣੇ ਸੀ ਕਿ ਚੜ੍ਹਦੇ ਸੂਰਜ ਸਭ ਸਲਾਮ ਕਰਦੇ ਨੇ। ਅਤੇ ਉਹ ਪ੍ਰੈਕਟੀਕਲੀ ਵੀ ਦੇਖਣਾ ਚਾਹੁੰਦਾ ਸੀ ਕਿ ਜਦੋਂ ਹੈਰੀ ਇਕੱਲਾ ਹੈ ਤਾਂ ਉਹਦੇ ਨਾਲ ਕੌਣ ਕਰਦਾ, ਉਹਦੇ ਨਾਲ ਆਉਂਦਾ, ਸਟੈਂਡ ਕਰਦਾ ਹੈ। ਬਟ
ਕੋਈ ਕਰਦਾ ਕੋਈ ਕਿਸੇ ਦਾ ਨਹੀਂ ਹੁੰਦਾ ਹੈ। ਇਹ ਸੁਣਿਆ ਸੀ ਆਪਾਂ, ਪਰ ਉਦੋਂ ਚੈੱਕ ਵੀ ਕਰ ਲਿਆ ਕਿ ਨਹੀਂ, ਅਗਰ ਤੁਸੀਂ ਹੋ ਤਾਂ ਤੁਹਾਡਾ ਜਿਹੜਾ ਸਰੀਰ ਆ ਉਹੀ ਤੁਹਾਡਾ ਆਪਣਾ ਹੈ। ਔਰ ਕਿਸੇ ਨੂੰ ਤੁਸੀਂ ਆਪਣਾ ਨਾ ਸਮਝੋਗੇ ਉਹ ਤੁਹਾਡਾ ਆਪਣਾ ਹੈ, ਉਹ ਆਪਣਾ ਨਹੀਂ। ਜੋ ਤੁਸੀਂ ਆਪਣੇ ਸਰੀਰ ਲਈ ਕਰ ਲਿਆ ਉਹ ਕਰ ਲਿਆ, ਕਿਸੇ ਕੋਲੋਂ ਐਕਸਪੈਕਟ ਨਾ ਕਰੋ। ਰਿਸ਼ਤੇਦਾਰੀ ਤਾਂ ਹੁੰਦੀਆਂ ਰਹਿਣੀਆਂ, ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ, ਪਰ ਜੋ ਤੁਹਾਡਾ ਕਰਮ ਹੈ ਉਹ ਤੁਹਾਡੇ ਨਾਲ ਅਟੈਚ ਹਮੇਸ਼ਾ ਰਹੂਗਾ, ਮਰਨ 'ਚ ਵੀ ਜੀਂਦੇ ਵਿੱਚ ਵੀ। ਮਾਤਾ ਪਿਤਾ ਵੀ ਨਹੀਂ ਅੱਜ ਕੋਈ ਪਹੁੰਚ ਕਰ ਰਹੇ ਵੀ ਹੈਰੀ ਸਾਡਾ ਇੱਕ ਪੁੱਤ ਹੁੰਦਾ ਸੀ, ਉਸ ਨੂੰ ਅਸੀਂ ਮਿਲ ਗਏ ਜਾ ਕੇ? ਨਹੀਂ, ਇੰਨਾ ਸੋਚਣ ਦਾ ਕੋਈ ਟਾਈਮ ਨਹੀਂ ਹੁੰਦਾ ਅੱਜ ਕੱਲ੍ਹ, ਕਿਉਂਕਿ ਦੁਨੀਆ ਵੈਸੇ ਹੀ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਅੱਜ ਕੱਲ੍ਹ, ਅਤੇ ਕਿਸੇ ਦੀ ਸੋਚਣ ਦਾ ਇੰਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਕਿ ਕੌਣ ਕਿੱਥੇ ਹੈ ਕੌਣ ਨਹੀਂ। ਬਟ ਇਹ ਕੋਈ ਕਿ ਆਪਣੇ ਆਪ ਨੂੰ ਇਸ ਲਾਇਕ ਬਣਾਓ, ਚੜ੍ਹਦਾ ਸੂਰਜ ਬਣਾਓ, ਤਾਂ ਕਿ ਬੰਦੇ ਤੁਹਾਨੂੰ ਆਪਣੇ ਆਪ ਲੱਭਦੇ ਤੁਹਾਡੇ ਕੋਲ ਪਹੁੰਚ ਜਾਣ। ਖੈਰ ਕਿਹਾ ਜਾਂਦਾ ਗਾ ਕਿ ਮਾਂ ਤਾਂ ਚਾਹੇ ਦੀ ਪੁੱਤ ਕੋ ਪੁੱਤ ਹੋ ਜੇ, ਪਰ ਉਹਦੇ ਲਈ ਤਾਂ ਪੁੱਤ ਰਹਿੰਦਾ ਗਾ ਮਾਂ ਦੇ ਲਈ। ਤੁਹਾਡੇ ਮਾਤਾ ਨੇ ਕਦੇ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀ ਵੀ ਹਾਂ ਹੈਰੀ ਨੂੰ ਅਸੀਂ ਉੱਥੇ ਛੱਡਿਆ ਹੁੰਦਾ ਸੀ ਚੰਡੀਗੜ੍ਹ ਦੇ ਵਿੱਚ, ਅਤੇ ਉਹਨਾਂ ਨੂੰ ਅੱਜ ਮਿਲ ਲਈਏ ਜਾ ਕੇ? ਨਹੀਂ ਜੀ, ਇੱਦਾਂ ਦੀ ਕੋਸ਼ਿਸ਼ ਫੈਮਿਲੀ ਵੱਲੋਂ ਸਾਡੇ ਕੋਈ ਨਹੀਂ ਕੀਤੀ। ਬਾਕੀ ਉਹ ਥੋੜ੍ਹੇ ਔਰ ਮੈਟਰ ਹੋ ਜਾਂਦੇ ਨੇ। ਬਾਕੀ ਮੇਨ ਆਪਣਾ ਮਕਸਦ ਆਪਣਾ ਹੁਣ ਕੰਮ ਦਾ ਹੀ ਰਿਹਾ ਕਿ ਜਦ ਤੱਕ ਕੰਮ ਹੈ ਆਪਣਾ, ਵਰਲਡ ਰਿਕਾਰਡ ਨਹੀਂ ਕਲੇਮ ਕਰਦਾ, ਤਦ ਤੱਕ ਕਿਸੇ ਸਾਹਮਣੇ ਜਾਣ ਦਾ ਕੋਈ ਮਤਲਬ ਹੈਰੀ ਦਾ ਆਰਟਿਸਟ ਦਾ ਨਹੀਂ ਬਣਦਾ। ਘਰ ਦੇ ਵਿੱਚ ਜਿਵੇਂ ਕਿਹਾ ਜਾਂਦਾ ਵੀ ਪੁੱਤ ਜਵਾਨ ਹੋ ਗਿਆ, 20-25 ਸਾਲ ਦੀ ਉਮਰ ਹੋ ਗਈ, ਉਸ ਦੀ ਮੈਰਿਜ ਕਰ ਦਈਏ, ਉਸ ਨੂੰ ਵਿਆਹ ਦਈਏ, ਇੱਦਾਂ ਦੀਆਂ ਗੱਲਾਂ ਚੱਲੀਆਂ ਘਰ ਦੇ ਵਿੱਚ ਦਾਦਾ ਦਾਦੀ ਵੱਲੋਂ। ਉਹ ਤਾਂ ਹੀ ਫਿਰ ਉਸ ਲਈ ਆਪਣਾ ਵਰਲਡ ਰਿਕਾਰਡ ਬਣਾਉਣ ਦੀ ਖੁਆਇਸ਼ ਸੀ। ਤਾਂ ਜਦੋਂ ਪਿਆਰ ਹੀ ਆਪਣੀ ਡਰਾਇੰਗ ਨਾਲ ਪੈ ਗਿਆ ਤਾਂ ਕਿਸੇ ਹੋਰ ਨਾਲ ਪਿਆਰ ਕਿੱਦਾਂ ਪਾ ਸਕਦੇ ਹਾਂ? ਅਤੇ ਵਿਆਹ ਵੀ ਕੀਤਾ ਤਾਂ ਆਪਣੀ ਡਰਾਇੰਗ ਨਾਲ ਕੀਤਾ ਹੈ ਬਸ, ਅਤੇ ਦੂਸਰੇ ਨਾਲ ਵਿਆਹ ਕਿੱਦਾਂ ਕਰ ਸਕਦੇ ਹਾਂ? ਇਸ ਕਰਕੇ ਕੁਝ ਕੰਪਲੀਕੇਸ਼ਨ ਹੁੰਦੀਆਂ ਨੇ ਜਿਨ੍ਹਾਂ ਕਰਕੇ ਠੀਕ ਹੈ, ਅਗਰ ਉਹ ਚਾਹੁੰਦੇ ਨੇ ਵਿਆਹ ਕਰਨ ਤਾਂ ਫਿਰ ਹੈਰੀ ਵਿਆਹ ਨਹੀਂ ਕਰੂ, ਹੋਰ ਕੋਈ ਕਰਦਾ ਕਰ ਲੈ, ਅੱਗੇ ਆਣ ਕੇ ਕੋਈ ਨਹੀਂ, ਉਹਨਾਂ ਦੇ ਗ੍ਰੈਂਡਸਨ ਹੋਣਗੇ ਕਰ ਲੈਣ, ਅੱਗੇ ਹੁਣ ਕਰ ਲੈਣ। ਬਟ ਹੈਰੀ ਆਰਟਿਸਟ ਜੋ ਧਾਰ ਰੱਖੀ ਹੈ ਗੱਲ, ਉਹ ਪੱਕੀ ਆਪਣੇ ਸਿਰ 'ਤੇ ਹੈ। ਸੋ ਇਹ ਤਸਵੀਰਾਂ ਨੇ ਤੁਹਾਨੂੰ ਦਿਖਾਈਆਂ ਨੇ ਜਿਹੜੀਆਂ ਹੈਰੀ ਕਹਿੰਦਾ, ਜੇ ਕਹਿੰਦਾ ਮੈਂ ਵਿਆਹ ਕਰਵਾਊਂਗਾ ਤਾਂ ਇਸ ਡਰਾਇੰਗ ਦੇ ਨਾਲ, ਮੇਰਾ ਇੱਕ ਵਿਆਹ ਹੋ ਚੁੱਕਿਆ, ਪਿਆਰ ਪੈ ਚੁੱਕਿਆ ਡਰਾਇੰਗ ਦੇ ਨਾਲ, ਜੇਕਰ ਮੈਂ ਵਿਆਹ ਕਰਵਾਊਂਗਾ ਤਾਂ ਇਸ ਡਰਾਇੰਗ ਦੇ ਨਾਲ ਹੀ ਕਰਵਾਊਂਗਾ। ਅੱਗੇ ਵੀ ਗੱਲਬਾਤ ਕਰਾਂਗੇ, ਹੈਰੀ ਦੇ ਨਾਲ ਜਾਰੀ ਰਹੇਗੀ ਗੱਲਬਾਤ। ਹੈਰੀ, ਅੱਜ ਇੱਥੇ 3v2 ਦੇ ਵਿੱਚ ਬੈਠਦੇ ਹੋ, ਇਹ ਇੱਕ ਅਜਿਹੀ ਜਗ੍ਹਾ 3v2 ਜਿੱਥੇ ਕਿ ਕਿਹਾ ਜਾਂਦਾ ਗਾ ਕਿ ਹੁਸਨ ਆ ਜਿਹੜਾ ਸ਼ਾਮ ਨੂੰ ਇੱਥੇ ਗੇੜੇ ਮਾਰਦਾ। ਇਹ ਜਿਹੜੀ 3v2 ਦੀ ਮਾਰਕੀਟ ਆ, ਬੜੀ ਫੇਮਸ ਮਾਰਕੀਟ ਆ, ਮੋਹਾਲੀ ਦੀ ਇੱਕ ਉਹ ਮਾਰਕੀਟ ਆ ਜਿਹੜੀ ਕਿ ਚੰਡੀਗੜ੍ਹ ਦੀਆਂ ਗਿਣਵੀਆਂ ਚੁਣਵੀਆਂ ਮਾਰਕੀਟਾਂ ਦੇ ਵਿੱਚੋਂ ਆਉਂਦੀ ਆ। ਇੱਥੇ ਦੇਖ ਕੇ ਕੀ ਆਈਡੀਆ ਆਉਂਦੇ ਨੇ ਦਿਮਾਗ ਦੇ ਵਿੱਚ ਜਦੋਂ ਇੱਦਾਂ ਦਾ ਦੇਖਦੇ ਹੋ ਪਾਸੇ ਆਸੇ ਦਾ? ਆਸੇ ਪਾਸੇ ਉਹ ਸੀ ਕਿਹਾ ਕਿ ਜਿਹੜਾ ਕੁੜੀਆਂ ਦਾ ਤੁਸੀਂ ਰਿਹਾ ਕਿ ਚਲੇ ਰਹਿੰਦੇ ਨੇ, ਪਰ ਆਪਣੀ ਨਜ਼ਰ ਵਿੱਚ ਆਉਣਾ ਚਾਹੀਦਾ। ਜਿਹੜਾ ਆਪਣੀ ਨਜ਼ਰ ਆਪਣੀ ਮਹਿਬੂਬਾ ਆਪਣੇ ਸਾਹਮਣੇ ਬੈਠੀ ਆ, ਤਾਂ ਫਿਰ ਔਰ ਕਿਸੇ ਮਹਿਬੂਬਾ ਵੱਲ ਕੁੜੀ ਵੱਲ ਦੇਖਣ ਦਾ ਆਪਣਾ ਮਤਲਬ ਬਣਦਾ ਹੀ ਨਹੀਂ। ਕਿ ਜਦੋਂ ਆਪਣੀ ਨਜ਼ਰ ਸਾਹਮਣੇ ਉਹ ਬੈਠਾ ਹੈ ਕਿ ਜਿਹਨੂੰ ਚੱਕਣ ਨੂੰ ਨਜ਼ਰ ਦਿਲ ਨਹੀਂ ਕਰਦਾ, ਅਤੇ ਜਦੋਂ ਉਹ ਸਾਹਮਣੇ ਆ ਤਾਂ ਫਿਰ ਦੂਸਰੀ ਵੱਲ ਨਜ਼ਰ ਕਿੱਦਾਂ ਹੈਰੀ ਦੀ ਚਲੀ ਆਊਗੀ? ਆਪਣੀ ਵਿਲ ਪਾਵਰ ਇੰਨੀ ਸਟਰੋਂਗ ਹੋਣੀ ਚਾਹੀਦੀ ਆ ਕਿ ਜਿਹਨੂੰ ਪਿਆਰ ਕਰਦੇ ਹੋ ਜਦ ਤੁਹਾਡੇ ਸਾਹਮਣੇ ਬੈਠਾ ਹੈ, ਅਤੇ ਤੁਹਾਨੂੰ ਹੋਰ ਕਿਸੇ ਦੀ ਲੋੜ ਕੀ ਆ? ਕਿਉਂ ਇੱਧਰ ਉੱਧਰ ਨਜ਼ਰ ਮਾਰਨੀ ਹੈ? ਬਾਕੀ ਨਜ਼ਰ ਮਾਰ ਕੇ ਜਦੋਂ ਫਰੈਸ਼ ਹੋਣਾ ਹੁੰਦਾ, ਆਈਡੀਆ ਦੇਖ ਲੈਂਦੇ ਕਿ ਹਾਂ ਵੀ ਦੀਵਾਰ ਉੱਪਰ ਕਿਹੜਾ ਆਈਡੀਆ ਹੈ, ਕੋਈ ਖਿੜਕੀ ਹੈ, ਕੋਈ ਹਵਾ ਚੱਲ ਰਹੀ ਹੈ, ਹਵਾ ਦਾ ਆਈਡੀਆ ਲੈ ਲਿਆ, ਕੋਈ ਪੇੜ ਦੇ ਪੱਤੇ ਦਾ ਆਈਡੀਆ ਲੈ ਲਿਆ, ਕੋਈ ਗਰਾਊਂਡ ਦਾ ਆਈਡੀਆ ਲੈ ਲਿਆ, ਕੋਈ ਟਾਇਰ ਚੱਲ ਰਿਹਾ ਕਾਰ ਦਾ ਉਹਦਾ ਆਈਡੀਆ ਲੈ ਲਿਆ, ਕੋਈ ਸ਼ੀਸ਼ੇ ਦਾ ਆਈਡੀਆ ਲੈ ਲਿਆ, ਲਾਈਟ ਦਾ। ਕਿ ਹਰ ਚੀਜ਼ ਤੋਂ ਆਈਡੀਆ ਲੱਭਣ ਦੀ ਖੁਆਇਸ਼ ਰਹਿੰਦੀ ਹੈ ਕਿ ਬਾਈ ਚਾਂਸ ਆਪਣੀ ਮੈਡਮ ਤੋਂ, ਯਾਨੀ ਕਿ ਆਪਣੀ ਡਰਾਇੰਗ ਤੋਂ ਅਗਰ ਅੱਖ ਚੱਕ ਵੀ ਹੁੰਦੀ ਆ ਤਾਂ ਕੋਈ ਨਾ ਕੋਈ ਆਈਡੀਆ ਲੱਭ ਲੈਂਦੇ ਕਿ ਉਹ ਵਾਲਾ ਆਈਡੀਆ ਆਪਣੀ ਡਰਾਇੰਗ 'ਚ ਬਣ ਸਕਦਾ, ਉਹਨੂੰ ਕਨਵਰਟ ਕਰਕੇ ਆਪਣੀ ਡਰਾਇੰਗ 'ਚ ਕਰਤਾ, ਰਾਦਰ ਦੈਨ ਕਿ ਇੱਧਰ ਉੱਧਰ ਦੇਖਣ ਨਾਲ ਕਿਆ ਮਿਲੂਗਾ। ਜਿਹੜੀ ਇੱਦਾਂ ਚੀਜ਼ਾਂ ਨੇ ਜਿਹੜੀਆਂ ਅਨਲਿਸਟਿਕ ਚੱਲੀਆਂ ਰਹਿੰਦੀਆਂ ਨੇ, ਬਹੁਤ ਚੱਲੀਆਂ ਰਹਿਣਗੀਆਂ, ਪਰ ਆਪਣੀ ਮੈਡਮ ਹੀ ਨਹੀਂ ਸੋਹਣੀ ਹੈ ਕਿ ਦੂਸਰੇ ਨੂੰ ਦੇਖਣ ਦਾ ਟਾਈਮ ਹੀ ਨਹੀਂ ਹੈ ਕਿ ਕੀ ਦੇਖਣਾ ਕਿਸੇ ਹੋਰ ਨੂੰ। ਆਪਣੇ ਮੈਡਮ ਤੋਂ ਅੱਖਾਂ ਨਹੀਂ ਚੱਕੀਆਂ ਜਾਂਦੀਆਂ ਜਿਹੜੀ ਆਪਣੀ ਡਰਾਇੰਗ ਆ, ਤਾਂ ਕਿਸੇ ਹੋਰ ਨੂੰ ਦੇਖਣ ਦਾ ਕੀ ਟਾਈਮ ਮਿਲਣਾ ਉਹਨੂੰ? ਹੈਰੀ, ਹਵਾ ਤਾਂ ਮਹਿਸੂਸ ਹੁੰਦੀ ਆ, ਹਵਾ ਜਦੋਂ ਮਹਿਸੂਸ ਹੁੰਦੀ ਆ ਕੀ ਕਹਿ ਕੇ ਆਉਂਦੀ ਆ? ਹਵਾ ਤਾਂ ਸਾਂਸਾਂ ਕਰਕੇ ਆਉਂਦੀ ਆ, ਸਿਗਨਲ ਦਿੰਦੀ ਹੈ ਕਿ ਮੈਂ ਆ ਗਈ ਹਾਂ। ਬਾਕੀ ਅੱਗੇ ਉਹਨੂੰ ਫੀਲ ਕਰਨਾ ਸਾਡੇ ਉੱਪਰ ਡਿਪੈਂਡ ਕਰਦਾ ਕਿ ਅਸੀਂ ਉਹਨੂੰ ਫੀਲ ਕਰਦੇ ਕਿ ਨਹੀਂ ਕਰਦੇ ਹਾਂ। ਉਹ ਖੁਦ ਬੋਲ ਕੇ ਨਹੀਂ ਦੱਸੂ, ਪਰ ਤੁਹਾਨੂੰ ਐਕਸਪ੍ਰੈਸ਼ਨ ਦੇ ਦੂ ਕਿ ਮੈਂ ਆ ਗਈ ਹਾਂ, ਆਪਣੀ ਪ੍ਰੈਜ਼ੈਂਸ ਸ਼ੋ ਕਰ ਦੂ। ਹੁਣ ਉਹ ਪਹਿਚਾਨਣਾ ਉਹ ਲਵਰ ਉੱਪਰ ਡਿਪੈਂਡ ਕਰਦਾ ਕਿ ਉਹਨੂੰ ਫੀਲ ਕਿੱਦਾਂ ਕਰਨਾ। ਆਈਡੀਆ ਕਿੱਦਾਂ ਦਾ ਲੈਂਦੇ ਹੋ? ਜਿਵੇਂ ਤੁਸੀਂ ਕਿਹਾ ਵੀ ਅਸੀਂ ਗੱਡੀ ਦੇ ਚੱਲਦੇ ਟਾਇਰ ਤੋਂ ਵੀ ਆਈਡੀਆ ਲੈ ਲੈਂਦੇ ਹਾਂ, ਅਸੀਂ ਪੱਤੇ ਤੋਂ ਵੀ ਆਈਡੀਆ ਲੈ ਲੈਂਦੇ ਹਾਂ, ਕਿੱਦਾਂ ਦਾ ਆਈਡੀਆ ਲੈਂਦੇ ਹੋ? ਇਹ ਆਈਡੀਆ ਵੇਵੀ ਵਾਲਾ ਆਇਆ ਸੀ, ਆ ਜਿਹੜਾ ਵੇਵ ਵਾਲਾ ਬਣਾਇਆ ਗਿਆ, ਇਹ ਸ਼ੁਰੂ 'ਚ ਬਣਾਇਆ ਸੀ ਜਦੋਂ ਇਹ ਹਵਾ ਤੋਂ ਵੀ ਆਈਡੀਆ ਲਿਆ ਗਿਆ ਸੀ ਕਿ ਹਵਾ ਚੱਲਦੀ ਹੈ, ਤਾਂ ਹਵਾ 'ਤੇ ਹੀ ਆਈਡੀਆ ਤੋਂ ਇਹ ਵਾਲਾ ਆਈਡੀਆ ਲਿਆ ਗਿਆ ਸੀ। ਤਾਂ ਹੀ ਇਹ ਵਾਲਾ ਹਮੇਸ਼ਾ ਪੈਟਰਨ ਜਿਹੜਾ ਹੈ ਹਰ ਡਰਾਇੰਗ ਦੇ ਵਿੱਚ ਹੁੰਦਾ ਹੈ। ਆਹ ਹਵਾ ਚੱਲ ਰਹੀ ਹੈ ਕਿ ਹਵਾ ਫ੍ਰੀ ਮੋਸ਼ਨ ਆ, ਤਾਂ ਫ੍ਰੀ ਮੋਸ਼ਨ ਜਿੱਥੇ ਆਉਂਦਾ ਹੈ ਉੱਥੇ ਆਪਣਾ ਡਰਾਇੰਗ ਦੇ ਵਿੱਚ ਫ੍ਰੀ ਮੋਸ਼ਨ ਹਵਾ ਆ ਗਈ ਕਿ ਇੱਥੇ ਹਵਾ ਆ ਗਈ। ਹੋਰ ਕੁਛ ਜਿਹੜੇ ਤੁਹਾਨੂੰ ਦੇਖ ਰਹੇ ਨੇ ਅੱਜ, ਦਰਸ਼ਕ ਤੁਹਾਨੂੰ ਦੇਖਣਗੇ ਇੰਗਲੈਂਡ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਦੇਖਣਗੇ, ਉਹ ਦੇਖਣਗੇ ਕਿ ਅੱਜ ਹੈਰੀ ਆਰਟਿਸਟ ਆਇਆ ਹੈਗਾ ਇੱਥੇ। KTV UK ਦੀ ਅੱਜ ਪਹਿਲੀ ਮੈਨੂੰ ਲੱਗਦਾ ਕਵਰੇਜ ਹੋਣੀ ਆ, ਇਹ ਪਹਿਲੀ ਵਾਰ ਕੈਮਰੇ 'ਤੇ ਆਏ ਹੋਣੇ ਤੁਸੀਂ,
ਤੇ ਉਹ ਦੇਖਣਗੇ ਵੀ ਹੈਰੀ ਯਾਰ ਅਸੀਂ ਉਹਨੂੰ ਮਿਲ ਕੇ ਆਈਏ, ਕੀ ਕਹੋਗੇ ਉਹਨਾਂ ਨੂੰ? ਉਹਨਾਂ ਲਈ ਮੈਸੇਜ ਹੈ ਕਿ ਦੇਖੋ ਐਡੇ ਵੱਡੇ ਤਾਂ ਨਹੀਂ ਬਣੇ ਆ, ਮਿਲਵੇਂ ਸਰ, ਪਰ ਇਹ ਹੈ ਕਿ ਆਪਣੇ ਦਿਲ ਵਿੱਚ ਇੱਕ ਦੋ ਗੱਲਾਂ ਰੱਖੋ ਕਿ ਨੈਵਰ ਗਿਵ ਅਪ। ਮਿਲ ਵੀ ਅਗਰ ਮਿਲ ਲੈ ਠੀਕ ਹੈ, ਨਾ ਮਿਲ ਸਕੀਏ ਤਾਂ ਵੀ ਰੱਬ ਦੀ ਦੇਣ ਆ, ਪਰ ਇਹ ਹੈ ਕਿ ਆਪਣੀ ਜ਼ਿੰਦਗੀ ਵਿੱਚ ਕਦੀ ਹਾਰ ਨਾ ਮੰਨੋ। ਰਾਤ ਤੋਂ ਬਾਅਦ ਹੀ ਦਿਨ ਆਉਂਦਾ, ਬਾਰਿਸ਼ ਤੋਂ ਬਾਅਦ ਹੀ ਧੁੱਪ ਆਉਂਦੀ ਹੈ, ਤਾਂ ਫਿਰ ਡੀਮੋਰਲਾਈਜ਼ ਹੋਣ ਨਾਲ ਕੁਝ ਨਹੀਂ ਹੁੰਦਾ ਕਿ ਤੁਸੀਂ ਕੋਈ ਚੀਜ਼ ਖੋਤੀ ਹੈ ਤਾਂ ਰੋਣਾ ਸ਼ੁਰੂ ਕਰ ਦਈਏ ਜਾਂ ਚੀਜ਼ ਦੇ ਬਾਰੇ ਪਛਤਾਵਾ ਸ਼ੁਰੂ ਕਰ ਦਈਏ। ਕੋਈ ਗੱਲ ਨਹੀਂ, ਖੋ ਗਿਆ ਤਾਂ ਕੋਈ ਨਹੀਂ, ਦੁਬਾਰਾ ਲੈ ਲਾਂਗੇ। ਇੱਦਾਂ ਦੀ ਆਪਣੀ ਮੈਂਟੈਲਿਟੀ ਰੱਖਣ ਕਿ ਨੈਵਰ ਗਿਵ ਅਪ। ਪੰਜਾਬੀ ਨਾ ਕਦੀ ਹਾਰ ਮੰਨਿਆ, ਨਾ ਕਦੇ ਮੰਨਣ ਵਾਲਾ, ਸਾਰੇ ਮੰਨਦੇ ਆ। ਤਾਂ ਫਿਰ ਉਸ ਗੱਲ ਨੂੰ ਆਪਣੇ ਦਿਮਾਗ ਤੋਂ ਪੂਰਾ ਲਾਗੂ ਕਿਉਂ ਨਾ ਕਰੋ ਕਿ ਹਾਂ ਵੀ ਹਾਰ ਨਹੀਂ ਮੰਨਣ ਨਾਲ ਤਾਂ ਨਹੀਂ ਮੰਨਣੀ ਹਾਰ। ਕੰਮ ਜਿਹੜਾ ਚੱਕ ਲਿਆ ਉਹਨੂੰ ਪੂਰਾ ਕਰਕੇ ਹਟਣਾ। ਪਰ ਹੈਰੀ ਤੁਸੀਂ ਕਿਹਾ ਵੀ ਹਾਰ ਨਹੀਂ ਮੰਨਣੀ ਚਾਹੀਦੀ, ਜੇ ਚੀਜ਼ ਕੋਈ ਗਵਾਚ ਵੀ ਜਾਵੇ ਤਾਂ ਉਸ ਨੂੰ ਦੁਬਾਰਾ ਬਣਾ ਲਓ। ਜਿਹੜੀ ਆਹ ਡਰਾਇੰਗ ਬਣਾਈ ਹੈ ਇਹ ਤਾਂ ਨਹੀਂ ਮੈਨੂੰ ਲੱਗਦਾ ਵੀ ਦੁਬਾਰਾ ਤੁਹਾਡੇ ਤੋਂ ਆਪਦੇ ਤੋਂ ਵੀ ਬਣ ਸਕਦੀ ਹੈ। ਨਹੀਂ, ਆਫ ਕੋਰਸ ਬਣ ਸਕਦੀ ਹੈ ਆਪਣੇ ਕੋਲੋਂ, ਕਿਉਂਕਿ ਆਪਣੇ ਨੂੰ ਪਤਾ ਕਿੱਧਰੋਂ ਸ਼ੁਰੂ ਕਰਨੀ ਹੈ, ਕਿੱਧਰੋਂ ਨਹੀਂ ਬਣਾਉਣੀ, ਇਹ ਆਪਣੇ ਨੂੰ ਪਤਾ ਹੈ। ਕਿਉਂਕਿ ਹਰ ਆਰਟਿਸਟ ਦਾ ਆਪਣਾ ਸੀਕਰੇਟ ਹੁੰਦਾ ਹੈ। ਪਰ ਕਿਉਂਕਿ ਮਾਂ ਨੂੰ ਬੱਚੇ ਦਾ ਪਤਾ ਹੀ ਹੁੰਦਾ ਬੱਚੇ ਦੀ ਵੀਕਨੈਸ, ਕਿ ਬੱਚੇ ਦੀ ਕੀ ਕਮਜ਼ੋਰੀ ਆ ਕੀ ਹੈ। ਹੁਣ ਜਿਹੜੇ ਨੂੰ ਇੰਨਾ ਸਾਜ ਸਵਾਰ ਕੇ ਕੀਤਾ ਗਿਆ ਹੈ, ਇਹਨੇ ਆਪਣੇ ਬੱਚੇ ਤਰ੍ਹਾਂ, ਬੇਬੀ ਤਰ੍ਹਾਂ, ਡਾਟਰ ਤਰ੍ਹਾਂ ਜਿਹਨੂੰ ਤਿਆਰ ਕੀਤਾ ਗਿਆ ਸਜਾ ਕੇ, ਮਹਿੰਦੀ ਲਗਾ ਕੇ। ਹੈਰੀ ਇਹੀ ਬੋਲਦਾ ਸੀ ਹਾਂ ਵੀ ਕਿਸੇ ਨੂੰ ਤਾਂ ਹੀ ਡਰਾਇੰਗ ਨਹੀਂ ਦਿਖਾਉਂਦਾ ਆਪਣੇ ਕੰਮ ਕਰਦੇ ਹੋਏ ਕਿ ਆਪਣੀ ਬੇਟੀ ਦਾ ਸਾਜ ਸਵਾਰ ਹੋ ਰਿਹਾ ਜੇ, ਉਹਦੀ ਮਹਿੰਦੀ ਰਸਮ ਲੱਗ ਰਹੀ ਹੈ। ਤਾਂ ਜੋ ਮਹਿੰਦੀ ਰਸਮ ਕੁੜੀ ਦੇ ਲੱਗ ਰਹੀ ਹੋਵੇ ਤਾਂ ਫਿਰ ਕੋਈ ਬਾਪ, ਕੌਣ ਐਸਾ ਬਾਪ ਹੋਊਗਾ ਜਿਹੜਾ ਕੁੜੀ ਦੇ ਸਾਹਮਣੇ ਆਣ ਦੇਵੇ। ਇਸ ਕਰਕੇ ਆਪਣਾ ਉਹੀ ਰਿਹਾ ਕਿ ਪਹਿਲਾਂ ਨੂੰ ਸਜਾ ਲਓ, ਚੰਗੀ ਤਰ੍ਹਾਂ ਸਜਾਓ, ਔਰ ਫਿਰ ਇੱਕ ਹੀ ਚੀਜ਼ ਦਾ ਪਤਾ ਹੀ ਆਪਣੇ ਨੂੰ ਕਿ ਕਿਹੜਾ ਮਹਿੰਦੀ ਕਿੱਥੇ ਲਾਈ ਪਹਿਲਾਂ, ਕਿੱਥੇ ਬਾਅਦ ਚਲਾਈ, ਕਿੱਥੇ ਬਾਅਦ ਚਲਾਈ, ਕਿੱਥੇ ਬਾਅਦ ਚਲਾਈ, ਉਹ ਆਪਣੇ ਆਪ ਪਤਾ ਲੱਗ ਜਾਂਦਾ। ਹੈਰੀ ਦਾ ਜੇ ਕਿਹਾ ਜਾਵੇ ਤਾਂ ਹੈਰੀ ਦਾ ਸਾਰਾ ਕੁਝ ਇਹੀ ਆ, ਘਰ ਵਾਲੀ ਵੀ ਇਹ ਆ, ਬੱਚੇ ਵੀ ਇਹ ਆ ਤੇ ਮਾਂ-ਬਾਪ ਵੀ ਇਹ ਆ ਡਰਾਇੰਗ। ਜੀ ਕਹਿ ਸਕਦੇ ਹੁਣ, ਕਿਉਂਕਿ ਜਦ ਸਾਰਿਆਂ ਨੇ ਛੱਡਤਾ ਸੀ ਤਾਂ ਇੱਕੋ ਕੰਮ ਆਏ, ਆਪਣੇ ਜੈਲ ਪੈਨ ਕੰਮ ਆਏ, ਆਪਣੀ ਸ਼ੀਟ ਕੰਮ ਆਈ। ਜਦੋਂ ਰੋਣ ਨੂੰ ਚਾਹੀਦਾ ਸੀ ਠੀਕ ਹੈ ਕਿ ਹਾਂ ਵੀ ਠੀਕ ਹੈ, ਰੋਣਾ ਆਉਂਦਾ ਸੀ ਠੀਕ ਹੈ, ਆਪਣੇ ਜੈਲ ਪੈਨ ਫੜ ਲੈਂਦੇ ਸੀ। ਹਾਸਾ ਆਉਂਦਾ ਸੀ, ਜੈਲ ਪੈਨ ਨਾਲ ਹੱਸ ਲੈਂਦੇ ਸੀ, ਡਰਾਇੰਗ ਨਾਲ ਹੱਸ ਲੈਂਦੇ ਸੀ, ਹੱਸ ਕੇ ਬਣਾਉਂਦੇ ਸੀ। ਗੁੱਸੇ ਵਿੱਚ ਕੋਈ ਬਰੀਕੀ ਵਾਲਾ ਕੰਮ ਹੁੰਦਾ ਸੀ, ਖੁਸ਼ੀ ਦੇ ਵਿੱਚ ਕੋਈ ਬਹੁਤ ਬਰੋਡ ਵਾਲਾ ਕੰਮ ਹੁੰਦਾ ਸੀ। ਹਰ ਪੈਟਰਨ ਅਲੱਗ-ਅਲੱਗ ਹੋ ਜਾਂਦਾ ਕਿ ਹਾਂ ਖੁਸ਼ੀ ਦੇ ਵਿੱਚ ਇੱਦਾਂ ਬਣਿਆ, ਗਮ ਦੇ ਵਿੱਚ ਇੱਦਾਂ ਬਣਿਆ। ਤਾਂ ਇਹ ਗਮ ਔਰ ਖੁਸ਼ੀ ਨੂੰ ਕੰਬਾਈਨ ਕਰਕੇ ਹੈਰੀ ਨੇ ਲਾਈਫ ਨੂੰ ਕੰਬਾਈਨ ਕਰਤਾ ਕਿ ਕੋਈ ਗੱਲ ਨਹੀਂ, ਖੁਸ਼ੀ ਹੈ ਤਾਂ ਫਿਰ ਕਿਆ ਹੋਇਆ, ਗਮ ਵੀ ਹੈ ਤਾਂ ਫਿਰ ਕਿਆ ਹੋਇਆ, ਕੋਈ ਨਹੀਂ, ਹੋ ਜੂ ਠੀਕ ਹੋ ਜੂ, ਡੀਮੋਰਲਾਈਜ਼ ਕਿਉਂ ਹੋਣਾ। ਜੇ ਗੱਲ ਕਰੀਏ ਤਾਂ ਕਿੰਨਾ ਕੁ ਕੁਛ ਗਵਾ ਲਿਆ ਤੇ ਕਿੰਨਾ ਕੁ ਕੁਛ ਪਾ ਲਿਆ ਇਸ ਡਰਾਇੰਗ ਦੇ ਨਾਲ? ਇਹ ਤਾਂ ਆਉਣੇ ਵਾਲੀ ਹੁਣ ਟਾਈਮ ਹੀ ਦੱਸੂ ਕਿ ਕਿਆ ਗਵਾਇਆ, ਕਿਉਂਕਿ ਹੈਰੀ ਨੇ ਆਪਣੇ ਹਿਸਾਬ ਨਾਲ ਕੁਛ ਨਹੀਂ ਗਵਾਇਆ। ਕਿ ਆਪਣੇ ਹੱਥ ਵੀ ਚੱਲਦੇ ਆ, ਔਰ ਹੱਥਾਂ ਨੂੰ ਚਲਾਉਣ ਲਈ ਅੱਖਾਂ ਚਾਹੀਦੀਆਂ ਨੇ, ਉਹ ਵੀ ਚੱਲਦੀਆਂ। ਕਿਉਂਕਿ ਬਾਬਾ ਪਤਾ ਨਹੀਂ ਹੋਏ ਸੀਗੇ ਪੁਰਾਣੇ, ਉਹਨਾਂ ਨਾਮ ਭੁੱਲ ਗਿਆ ਹੈਰੀ, ਜਿਨ੍ਹਾਂ ਕੋਲ ਕਊਆ ਆ ਕੇ ਉਹਨਾਂ ਕੋਲ ਖੜਾ ਸੀ, ਬਾਬਾ ਫਰੀਦ ਜੀ। ਹਾਂ, ਬਾਬਾ ਫਰੀਦ ਜੀ। ਅਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਇੱਕ ਅੱਖ ਛੱਡ ਦੀ ਤਾਂ ਬਾਕੀ ਜੋ ਖਾਣਾ ਤੂੰ ਖਾ ਲਾ। ਉਹੀ ਹੈਰੀ ਦਾ ਕਿ ਆਪਣਾ ਹਿਸਾਬ ਇਹ ਹੈ ਕਿ ਆਪਣੇ ਨੂੰ ਇੱਕ ਅੱਖ ਚਾਹੀਦੀ ਔਰ ਦੋ ਉਂਗਲੀਆਂ ਚਾਹੀਦੀਆਂ। ਹੁਣ ਇਹਦੇ ਬਾਰੇ ਸਾਰਾ ਕੁਛ ਐਕਸਟਰਾ ਹੈ, ਚਲੇ ਵੀ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ। ਬਸ ਆਹ ਦੋ ਚੀਜ਼ਾਂ ਆਪਣੇ ਕੋਲ ਹੋਣੀਆਂ ਚਾਹੀਦੀਆਂ, ਜਿਹੜੇ ਆਪਣੇ ਤੋਂ ਆਪਣੇ ਮਹਿਬੂਬ ਨੂੰ ਅਲੱਗ ਨਾ ਕਰਨ। ਹੋਰ ਕੀ ਚਾਹੀਦਾ, ਸਭ ਕੁਛ ਆ ਕੋਲ, ਫਿਰ ਕੀ ਖੋਇਆ, ਕੁਛ ਨਹੀਂ। ਕਿੰਨੀ ਕੁ ਡਰਾਇੰਗ ਬਣਾ ਲਈ ਅੱਜ ਤੱਕ? ਕਿਸੇ ਨੇ ਆ ਕੇ ਪਹੁੰਚ ਕਰੀ ਹੋਵੇ ਤੁਹਾਡੇ ਤੱਕ ਵੀ ਹੈਰੀ ਆਰਟਿਸਟ ਤੋਂ ਅਸੀਂ ਆਪਣੀ ਜਿਹੜੀ ਸਕੈਚ ਆ ਉਹ ਵੀ ਬਣਾਉਣਾਗਾ, ਆਪਣਾ ਜਿਹੜਾ ਸਟੈਚੂ ਆ ਉਹ ਵੀ ਬਣਾਉਣਾਗਾ, ਹੈਰੀ ਤੋਂ ਬਣਾਵਾਂਗੇ ਜਾ ਕੇ, ਹੈਰੀ ਆਪਦੀ ਜੇ ਪੇਂਟਿੰਗ ਕਰੂਗਾ ਤਾਂ ਉਹ ਸਾਡੇ ਇੱਕ ਸਕੈਚ ਬਣਾ ਕੇ ਦੇਵੇ? ਕਿੰਨੇ ਕੁ ਆਉਂਦੇ ਨੇ? ਕਿਸੇ ਦਾ ਆਫਰ ਆਇਆ ਕਿਸੇ ਦਾ ਵੀ ਪੈਸੇ ਲੈ ਲਾ ਯਾਰ ਸਾਡੇ ਤੋਂ ਹੈਰੀ? ਨਹੀਂ ਆਉਂਦੇ ਸੀ, ਬਣਾਉਣੇ ਬੰਦ ਕੀਤੇ ਵਿੱਚ, ਕਿਉਂਕਿ ਸਕੈਚ ਬਣਾਉਣ ਦੇ ਵਿੱਚ ਪੈਨਸਿਲ ਫੜਨੀ ਪੈਂਦੀ ਹੈ, ਅਤੇ ਜਿਹੜਾ ਵਰਲਡ ਰਿਕਾਰਡ ਬਣਾਉਣਾ ਹੈ ਤਾਂ ਉਹਦੇ ਵਿੱਚ ਫਿਰ ਪੈਨ ਦਾ ਕੰਮ ਹੈ, ਸਾਰਾ ਨੌਨ ਸਟਾਪ ਹੈ, ਗੱਲਬਾਤ ਨਹੀਂ ਕਰਨੀ। ਅਤੇ ਇਸ ਕਰਕੇ ਕਮਾਈ ਤਾਂ ਸੀ ਉਹਦੇ ਵਿੱਚ ਸਕੈਚਿੰਗ ਵਿੱਚ, ਬਟ ਇੱਕ ਪਾਸੇ ਪੈਸਾ ਦੇਖਣਾ ਪੈਂਦਾ, ਇੱਕ ਪਾਸੇ ਪਿਆਰ ਦੇਖਣਾ ਪੈਂਦਾ, ਅਤੇ ਫਿਰ ਪਿਆਰ ਨੂੰ ਚੁਣਨਾ ਪਿਆ। ਕਿਉਂਕਿ ਅਗਰ ਪੈਸੇ ਵੱਲ ਪ੍ਰੈਫਰੈਂਸ ਕਰਦਾ ਤਾਂ ਫਿਰ ਪਿਆਰ ਦੂਰ ਹੁੰਦਾ, ਵਰਲਡ ਰਿਕਾਰਡ ਦੂਰ ਹੁੰਦੇ ਆ, ਜਿਹੜੇ ਚਾਈਨਾ ਕਨਸੈਪਟ ਆ ਉਹ ਦੂਰ ਹੁੰਦੇ ਆ। ਅਤੇ ਇਸ ਕਰਕੇ ਛੋਟਾ ਕੋਈ ਗੱਲ ਨਹੀਂ, ਆਪਣਾ ਮਨ ਹੀ ਮਾਰਨਾ ਪਊ। ਕੋਈ ਚੀਜ਼ਾਂ ਨਹੀਂ ਆਉਣਗੀਆਂ ਤਾਂ ਕੋਈ ਗੱਲ ਨਹੀਂ ਆਉਂਦੀਆਂ, ਕੋਈ ਨਹੀਂ, ਬਾਅਦ 'ਚ ਆ ਜਾਣਗੀਆਂ। ਕਿਉਂਕਿ ਦਿਲ ਨੂੰ ਵਿਸ਼ਵਾਸ ਇੱਕ ਇਹ ਹੈਗਾ ਕਿ ਅਗਰ ਤੁਸੀਂ ਮਿਹਨਤ ਕਰ ਰਹੇ ਹੋ, ਪੇੜ ਬੋ ਰਹੇ ਹੋ, ਤਾਂ ਉਹਦਾ ਫਲ ਇੱਕ ਦਿਨ ਹੋਣਾ ਹੀ ਆ। ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ ਹੋ ਜੂ, 10 ਸਾਲ 'ਚ ਹੋ ਜੂ, 20 ਸਾਲ 'ਚ ਹੋ ਜੂ, ਤਾਂ ਕਦੀ ਤਾਂ ਹੋਊ। ਤਾਂ ਕੋਈ ਨਹੀਂ, ਆਪਣਾ ਫਲ ਹੀ ਖਾਵਾਂਗੇ। ਹੁਣ ਕਿਸ ਤੋਂ ਮੰਗ ਕੇ ਕਿਆ ਖਾਣਾ, ਆਪਣੇ ਫਲ ਖਾਵਾਂਗੇ ਹੁਣ। ਹੈਰੀ ਕਿੰਨੀ ਕੁ ਡਰਾਇੰਗ ਬਣਾ ਕੇ ਰੱਖੀ ਹੋਈ ਹੈ ਤੁਹਾਡੇ ਕੋਲ? ਇਹ ਕਿਸ ਤਰ੍ਹਾਂ ਦੀ ਡਰਾਇੰਗ ਹੈ? ਇੱਕ ਵਾਰ ਦਰਸ਼ਕਾਂ ਨੂੰ ਦਿਖਾ ਵੀ ਦਿੱਤੀ ਜਾਵੇ ਹੈ ਨਾ, ਜਿਹੜੀ ਡਰਾਇੰਗ ਆ ਤੁਹਾਡੇ ਕੋਲ, ਇਹ ਤੁਸੀਂ ਦਿਖਾ ਰਹੇ ਆ ਤੁਹਾਨੂੰ। ਇਹ ਜਿਹੜੀ ਡਰਾਇੰਗ ਆ ਹੈਰੀ, ਮੈਨੂੰ ਨਹੀਂ ਲੱਗਦਾ ਪਹਿਲਾਂ ਕਦੇ ਇਹਨਾਂ ਨੇ ਕੈਮਰੇ 'ਤੇ ਦਿਖਾਈ ਹੋਣੀ ਆ ਇਹ ਡਰਾਇੰਗ, ਜਾਂ ਕਿਸੇ ਦੇ ਸਾਹਮਣੇ ਰੱਖੀ ਹੋਣੀ ਆ। ਹੈਰੀ ਇਸ ਤੋਂ ਪਹਿਲਾਂ ਤਾਂ ਨਹੀਂ ਰੱਖੀ ਕਿਸੇ ਦੇ ਸਾਹਮਣੇ ਡਰਾਇੰਗ? ਘੱਟ ਨੇ, ਬਹੁਤ ਜ਼ਿਆਦਾ ਰੇਅਰ। ਕਦੀ ਕੋਈ ਚੋਰੀ ਛੁਪੇ ਸਕਰੀਨਸ਼ਾਟ ਲੈ ਲੈਂਦੇ ਨੇ, ਫੋਟੋ ਲੈ ਲੈਂਦੇ ਨੇ ਤਾਂ ਹੀ। ਕਿਉਂਕਿ ਕਦੀ ਵੀ ਪੂਰੀ ਬਣਾਉਂਦੇ ਹੋਏ ਕੋਈ ਬੰਦਾ ਸਾਹਮਣੇ ਨਹੀਂ ਆਇਆ। ਜਦੋਂ ਕੰਸਟਰਕਸ਼ਨ ਕਰਨ ਉਸ ਵੇਲੇ ਆਉਂਦੇ, ਔਰ ਉਸ ਵੇਲੇ ਆਪਣਾ ਆਨਸਰ ਇਹੀ ਹੁੰਦਾ ਕਿ ਨਹੀਂ, ਆਪਣੀ ਬੇਟੀ ਜੋ ਰਸਮ ਲੱਗ ਰਹੀ ਹੈ ਤਾਂ ਕਿੱਦਾਂ ਸ਼ੋਅ ਕਰਦੇ ਆ, ਤਾਂ ਹੀ ਉਹਨਾਂ ਸਾਹਮਣੇ ਫਿਰ ਸ਼ੀਟ ਨੂੰ ਉਲਟਾ ਕਰਨਾ ਪੈਂਦਾ ਤਾਂ ਕਿ ਆਪਣੀ ਮੈਡਮ ਵੱਲ ਨਜ਼ਰ ਨਾ ਜਾਏ। ਜਦੋਂ ਡਰੈਸਅਪ ਕਰ ਰਿਹਾ ਉਹਨੂੰ ਤਾਂ ਫਿਰ ਉਹਦੇ ਵੱਲ ਕਿਸੇ ਦੂਸਰੇ ਕਿਉਂ ਚਲੀ ਆਏ। ਹੈਰੀ ਆ ਕੀ ਲਿਖਿਆ
ਦੂਜੀ ਸਾਈਡ ਕੀ ਲਿਖਿਆ ਹੈ? ਇਹ ਇਹਨਾਂ ਦਾ ਮਤਲਬ ਥੋੜਾ ਇੰਗਲਿਸ਼ ਵਿੱਚ ਥੋੜਾ ਇਹਨਾਂ ਐਕਸਪਲੇਨ ਕੀਤਾ ਸੀ ਕਿ ਇਸ ਦਾ ਮਤਲਬ ਕੀ ਆ। ਥੋੜਾ ਪੜ੍ਹ ਕੇ ਸੁਣਾ ਦਿਓ, ਇੰਗਲਿਸ਼ 'ਚ ਵੀ ਸੁਣਾ ਦਿਓ ਥੋੜਾ ਜਿਹਾ। ਉਹ ਥੋੜਾ ਕਿਉਂਕਿ ਇਸ ਬਾਰੇ ਕ੍ਰੀਏਸ਼ਨ ਕਰਨ ਲਈ ਕਿ ਬਣਾਇਆ ਕਿਸ ਮਤਲਬ ਨਾਲ ਹੈ, ਆਹ ਵਾਲੀ ਡਰਾਇੰਗ ਦਾ ਇਹਨਾਂ ਬੈਕ ਸਾਈਡ ਤੇ ਲਿਖ ਦਿੰਦਾ ਹੁੰਦਾ ਸੀ, ਦ ਵਾਰਮਥ ਆਫ ਡਿਟਰਮੀਨੇਸ਼ਨ ਕ੍ਰੀਏਟਸ ਦ ਸ਼ੇਡ ਇਨ ਦ ਫਾਰਮ ਆਫ ਅੰਬ੍ਰੇਲਾ। ਇੱਕ ਛਤਰੀ ਵਾਂਗੂ ਬਣ ਗਿਆ। ਆਹ ਸਾਰੀ ਔਂਕੜਾਂ ਆਬਸਟੈਕਲ ਉਹਨਾਂ ਤੋਂ ਦੂਰ ਕਰਨ ਲਈ which save us from the drops of circumstances or consequences, ਕਿ ਆਪ ਜਿਹੜੇ ਹਾਲਾਤ ਅਸੀਂ ਕ੍ਰੀਏਟ ਕਰਦੇ ਹਾਂ ਉਹਨਾਂ ਤੋਂ ਬਚਾਉਣ ਲਈ ਤੁਹਾਡੇ ਕਰਮ ਦੇ ਜਿਹੜੀ ਹੈ ਉਹੀ ਛਤਰੀ ਬਣ ਸਕਦੀ ਹੈ ਔਰ ਉਹੀ ਕੰਮ ਆ ਸਕਦੀ ਹੈ ਕਿ ਕਰਮ ਦੀ ਛਤਰੀ ਆਪਣੇ ਆਸ-ਪਾਸ ਰੱਖੋਗੇ ਉਹ ਤੁਹਾਡੇ ਕੰਮ ਆਊਗੀ। ਇਸ ਲਈ ਜਿਸ ਤਰ੍ਹਾਂ so as candle firstly burns itself to give us a light later, same is the need to feel the pain up to certain limit, ਕਿ ਕੈਂਡਲ ਜਿੱਦਾਂ ਬਲਦੀ ਹੈ ਪਹਿਲਾਂ ਆਪਾਂ ਨੂੰ ਲਾਈਟ ਦਿੰਦੀ ਹੈ, ਉਸਨੇ ਪਹਿਲਾਂ ਤਾਂ ਪੇਨ ਲੈਣੀ ਪਏਗੀ ਕੁਝ ਲਿਮਿਟ ਤੱਕ ਤਾਂ ਕਿ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਮਿਲਣ। ਇਸ ਕਰਕੇ ਐਕਸਪ੍ਰੈਸ਼ਨ ਤਾਂ ਰੱਖੀਏ ਕਿ ਐਕਸਪ੍ਰੈਸ਼ਨ ਨਾਲ ਉਹ ਹਿੰਦੀ ਪੰਜਾਬੀ ਇੰਗਲਿਸ਼ ਤਿੰਨਾਂ ਵਿੱਚ ਆਪਣੇ ਫਰੇਮ ਦੇ ਨਾਲ ਜਦੋਂ ਐਗਜ਼ੀਬਿਸ਼ਨ ਲਗਾਵਾਂ ਤਾਂ ਉੱਥੇ ਐਕਸਪ੍ਰੈਸ਼ਨ ਤਿੰਨਾਂ ਦੇ ਵਿੱਚ ਲੈਂਗੁਏਜ ਨਾਲ ਹੋਏ ਤਾਂ ਕਿ ਅਗਰ ਕਿਸੇ ਨੂੰ ਪੰਜਾਬੀ ਵਿੱਚ ਅਸੁਵਿਧਾ ਹੁੰਦੀ ਆ, ਹਿੰਦੀ 'ਚ ਹੁੰਦੀ ਆ, ਇੰਗਲਿਸ਼ 'ਚ ਹੁੰਦੀ ਆ ਤਾਂ ਉਹ ਉਹਨਾਂ ਨੂੰ ਸਮਝ ਸਕੇ, ਉਹਨਾਂ ਨੂੰ ਪੜ੍ਹ ਕੇ ਉਸ ਡਰਾਇੰਗ ਦੇ ਬਾਰੇ ਜਾਣ ਸਕੇ ਕਿ ਇਸ ਬਣਾਇਆ ਕੀ ਗਿਆ ਹੈ। ਹੁਣ ਹੈਰੀ ਐਗਜੀਬਿਸ਼ਨ ਕਿੱਥੇ ਲਗਾਏਗਾ? ਕਿ ਹੁਣ ਮੇਲਿਆਂ ਵਾਲਾ ਕੰਮ ਤਾਂ ਰਿਹਾ ਨਹੀਂ ਹੈਰੀ ਬਈ ਤੁਸੀਂ ਜਾ ਕੇ ਮੇਲਿਆਂ ਤੇ ਐਗਜੀਬਿਸ਼ਨ ਲਾ ਲਓ ਇਸ ਚੀਜ਼ ਦੀ, ਇਹ ਤਾਂ ਇੱਕ ਵਰਲਡ ਲੈਵਲ ਦੀ ਐਗਜੀਬਿਸ਼ਨ ਲੱਗੂਗੀ ਨਾ। ਕਿੱਥੇ ਦਿਲ ਕਰਦਾ ਵੀ ਦਿੱਲੀ ਜਾਣਾ ਚਾਹੀਦਾ ਜਾਂ ਫਿਰ ਚਾਈਨਾ ਦੇ ਵਿੱਚ ਹੀ ਸਿੱਧਾ ਜਾਓਗੇ? ਨਹੀਂ ਦੇਖਦੇ ਹੁਣ ਆਪਣਾ ਕੰਮ ਅਜੇ ਕਰਮ ਕਰਨ ਦਾ ਹੈ, ਕਿਉਂਕਿ ਹੀਰਾ ਹੁਣ ਜਿਹੜੀ ਜਗ੍ਹਾ ਤੇ ਪਹੁੰਚੇਗਾ ਹੁਣ ਉਹ ਦੇਖਦੇ ਕਿ ਹੀਰੇ ਨੂੰ ਕਿੱਥੇ ਪਹੁੰਚਾਉਣ ਵਾਲੇ ਕਿਹੜੀ ਜਗ੍ਹਾ ਤੇ ਲੈ ਕੇ ਜਾਂਦੇ ਨੇ। ਵੈਸੇ ਆਪਣਾ JW ਮੈਰਿਡ ਵੀ ਆ ਕਿ ਕੋਈ ਹੋਏਗਾ ਐਗਜ਼ੀਬਿਸ਼ਨ ਦਾ ਅੱਛੀ ਹੀ ਜਗ੍ਹਾ ਤੇ ਹੋਏਗਾ ਕਿ ਜਦੋਂ ਵਿਆਹ ਕਰਦੇ ਆ ਕੁੜੀ ਦਾ ਤਾਂ ਹਾਂ ਵੀ ਘਰ-ਬਾਰ ਤਾਂ ਦੇਖਿਆ ਜਾਂਦਾ ਹੀ ਕਿ ਘਰ-ਬਾਰ ਕਿੰਨਾ ਸੋਹਣਾ ਆਪਣੀ ਕੁੜੀ ਦਾ, ਤੇ ਹੈਰੀ ਵੀ ਜ਼ਰੂਰ ਦੇਖੂਗਾ ਕਿ ਅਗਰ ਉਹਦੀ ਡਰਾਇੰਗ ਜਾਏ ਤਾਂ ਮਹਿਲਾ ਵੀ ਜਾਏ, ਝੁੱਗੀ ਚੌਂਪੜੀ ਵਿੱਚ ਨਹੀਂ, ਕਿ ਚੰਗੇ ਘਰ 'ਚ ਜਾਏ ਜਿੱਥੇ ਉਹਦੀ ਕਦਰ ਵੀ ਹੋਏ, ਜਿੱਥੇ ਉਹਦੇ ਉੱਪਰ ਕੱਪੜਾ ਹੀ ਮਾਰ ਸਕੇ ਕੋਈ। ਇਹ ਨਾ ਕਿ ਅਗਰ ਲੈ ਕੇ ਗਏ ਤਾਂ ਉੱਥੇ ਟੰਗ ਤੱਕ ਜਗ੍ਹਾ ਤੇ ਉਹਦੇ ਉੱਪਰ ਮਿੱਟੀ ਪੈਂਦੀ ਰਹੇ। ਨਹੀਂ, ਆਪਾਂ ਨੂੰ ਐਸੇ ਪੈਸੇ ਨਾਲ ਕੋਈ ਮਤਲਬ ਨਹੀਂ ਕਿ ਆਪਣੀ ਜਿਹੜੀ ਬੇਟੀ ਹੈ ਉਸ ਘਰ 'ਚ ਜਾਏ ਜਿੱਥੇ ਉਹਦੀ ਕਦਰ ਨਾ ਹੋਏ। ਅਗਰ ਉੱਥੇ ਕਦਰ ਨਹੀਂ ਹੈ ਤਾਂ ਆਪਣੇ ਪੈਸੇ ਨਾਲ ਵੀ ਕੋਈ ਮਤਲਬ ਨਹੀਂ ਹੈ। ਹੈਰੀ ਹੁਣ ਜਾਂਦੇ ਜਾਂਦੇ ਇੱਕ ਬੜੀ ਵੱਡੀ ਗੱਲ ਪੁੱਛਣ ਲੱਗਿਆ ਤੁਹਾਡੇ ਤੋਂ, ਤੁਸੀਂ ਪੜ੍ਹੇ ਕਿੰਨੇ ਹੋ ਤੇ ਤੁਹਾਡਾ ਪਿਛੋਕੜ ਕਿੱਥੋਂ ਦਾ? ਪੜ੍ਹਾਈ ਲਿਖਾਈ ਥੋੜਾ ਸਸਪੈਂਸ ਰੱਖਿਆ ਹੈਰੀ ਨੇ ਕੁਝ ਟਾਈਮ ਤੱਕ, ਕਿਉਂਕਿ ਆਪਣੀ ਪਾਲਿਸੀ ਹੈ ਕਿ ਕੁਝ ਬਣ ਕੇ ਦਿਖਾਓ। ਕਿਉਂਕਿ ਅੱਜ ਕੱਲ੍ਹ ਸੁਣਿਆ ਕਿ ਕੁਝ ਬੰਦਾ ਕ੍ਰਿਕਟਰ ਹੁੰਦਾ ਹੈ ਤੇ ਉਹਨੂੰ ਲੈਫਟੀਨੈਂਟ ਬਣਾ ਦਿੰਦੇ ਹੈ, ਉਸ ਨੂੰ PhD ਡਿਗਰੀ ਦੇ ਦਿੰਦੇ ਹੈ। ਕੋਈ ਫੁੱਟਬਾਲਰ ਹੁੰਦਾ ਹੈ ਤੇ ਹੈਰੀ ਵੀ ਇਹ ਦੇਖਣਾ ਚਾਹੁੰਦਾ ਕਿ ਆਪਣੀ ਐਜੂਕੇਸ਼ਨ ਦੇ ਬਦਲੇ ਜੋ ਆਪਣੇ ਕਰਮ ਨਾਲ ਹੈਰੀ ਬਣਦਾ ਹੈ ਉਹਦੇ ਬਦਲੇ ਦੁਨੀਆ ਵਾਲੇ ਕੀ ਹੈਰੀ ਨੂੰ ਡਿਗਰੀ ਦਿੰਦੇ ਨੇ ਆਉਣ ਵਾਲੇ ਟਾਈਮ 'ਚ। ਇਸ ਕਰਕੇ ਆਪਣੀ ਪ੍ਰਾਇੋਰਟੀ ਆਪਣੀ ਡਿਗਰੀ ਵੱਲ ਨਹੀਂ ਹੈ ਕਿ ਜੋ ਹੈਰੀ ਨੇ ਕੀਤਾ, ਇਹ ਚਾਹੁੰਦਾ ਕਿ ਆਪਣੇ ਕਰਮ ਨਾਲ ਹੈਰੀ ਤੋਂ ਕਿਆ ਬਣਿਆ। ਘਰਦਿਆਂ ਨੇ ਕੁਛ ਆਮ ਰੱਖਿਆ ਸੀ, ਹੁਣ ਹੈਰੀ ਨੇ ਆਪਣਾ ਆਰਟਿਸਟ ਦੇ ਨਾਮ ਤੇ ਕੀਤਾ ਕਿ ਦੁਨੀਆ ਤੈਨੂੰ ਆਉਣ ਵਾਲੀ ਸੁਸਾਇਟੀ ਤੈਨੂੰ ਕੀ ਇਨਾਮ ਦਿੰਦੀ ਹੈ, ਕਿਹੜੀ ਡਿਗਰੀ ਦਿੰਦੀ ਹੈ, ਇਹ ਹੈਰੀ ਦੇਖਣਾ ਚਾਹੁੰਦਾ। ਪਿਛੋਕੜ ਕਿੱਥੋਂ ਦਾ, ਪੰਜਾਬ ਦਾ ਜਾਂ ਫਿਰ ਗੁਜਰਾਤ ਦਾ? ਨਹੀਂ, ਪਿਛੋਕੜ ਪੰਜਾਬ ਦਾ ਹੀ ਆ, ਬਟ ਆਪਣੇ ਆਪ ਨੂੰ ਇਸ ਤਰ੍ਹਾਂ ਰੱਖਿਆ ਕਿ ਕਿਸੇ ਵੱਲ ਕੋਈ ਨਿਗਾਹ ਕਰਨ ਦੀ ਲੋੜ ਹੀ ਨਹੀਂ ਪਈ ਕਦੇ, ਕਿ ਕਿਸੇ ਵੱਲ ਦੇਖਣ ਦੀ ਜ਼ਰੂਰਤ ਹੀ ਨਹੀਂ ਪਈ ਕਿ ਉਹਨੇ ਕੀ ਕੀਤਾ, ਉਹ ਕਿੱਦਾਂ ਕਰ ਰਿਹਾ ਕਿੱਦਾਂ ਕਰ ਰਿਹਾ। ਇਸ ਕਰਕੇ ਆਪਣਾ ਤਰੀਕਾ ਕੁਛ ਇਸ ਤਰ੍ਹਾਂ ਦਾ ਹੀ ਹੋ ਗਿਆ ਕਿ ਜਦੋਂ ਆਪਣੀ ਕੇਅਰ ਨਹੀਂ ਕੀਤੀ, ਕਿਸੇ ਨੂੰ ਨੋਟ ਨਹੀਂ ਕੀਤਾ, ਕਾਪੀ ਨਹੀਂ ਕੀਤਾ ਕਿਸੇ ਨੂੰ ਕਨਸੈਪਟ ਨੂੰ, ਤਾਂ ਫਿਰ ਉਸ ਹਿਸਾਬ ਦਾ ਹੀ ਬਣ ਗਿਆ ਕਿ ਹੁਣ ਇਹ ਕਹਿ ਸਕਦੇ ਹਾਂ ਕਿ ਹੈਰੀ ਇਜ਼ ਅ ਇੰਡੀਅਨ। ਇਸ ਕਰਕੇ ਜਿਸ ਦਿਨ ਟੈਟੂ ਬਣਾਇਆ ਸੀ ਉਸ ਦਿਨ ਇਸ ਲਈ ਬਣਾਇਆ ਸੀ ਤਾਂ ਕੋਈ ਵੀ ਪੁੱਛੇ, ਹਿਮਾਚਲ ਵੀ ਜਾਵਾਂ, ਕਿਤੇ ਵੀ ਜਾਵਾਂ, ਬੰਗਾਲ ਵੀ ਜਾਵਾਂ, ਤਮਿਲਨਾਡੂ ਵੀ ਜਾਵਾਂ, ਤਾਂ ਅਗਰ ਭਾਸ਼ਾ ਵੀ ਨਹੀਂ ਆਉਂਦੀ ਤਾਂ ਘੱਟ ਤੋਂ ਇਹ ਤਾਂ ਕਹਿ ਸਕਦੇ ਹਾਂਜੀ ਆਈ ਐਮ ਦਿਸ, ਆਈ ਐਮ ਐਨ ਇੰਡੀਅਨ। ਤੇ ਕਿਹੜੀਆਂ ਸਟੇਟਾਂ 'ਚ ਜਾ ਆਏ ਹੋ ਆਪਣੀ ਡਰਾਇੰਗ ਲੈ ਕੇ? ਕਿਹੜੀਆਂ ਸਟੇਟਾਂ 'ਚ ਐਗਜੀਬਿਸ਼ਨਾਂ ਲਗਾ ਆਏ ਹੋ ਹੁਣ ਤੱਕ? ਹੁਣ ਤੱਕ ਵੈਸੇ ਝਾਰਖੰਡ ਗਏ ਸੀ, ਦਿੱਲੀ ਵੱਲ ਗਏ ਸੀ, ਐਗਜ਼ੀਬਿਸ਼ਨਾਂ ਦੇਖ ਕੇ ਆਏ ਹਾਂ, ਤਿਆਰੀਆਂ ਹਰ ਪਾਸੇ, ਪਰ ਐਗਜ਼ੀਬਿਸ਼ਨ ਨੇ ਨਹੀਂ ਲਗਾਇਆ। ਪਰ ਐਗਜ਼ੀਬਿਸ਼ਨ ਦੀ ਤਿਆਰੀਆਂ ਸਾਰੀਆਂ ਦੇਖ ਚੁੱਕੇ ਹਾਂ, ਐਗਜ਼ੀਬਿਸ਼ਨ ਹਾਲ ਵਿਜ਼ਿਟ ਕਰ ਚੁੱਕਾ ਹਾਂ ਸਟੇਟਸ ਦੇ ਦੂਸਰੇ ਅਲੱਗ-ਅਲੱਗ, ਤਾਂ ਕਿ ਪਹਿਚਾਣ ਆਪਣੀ ਡਰਾਇੰਗ ਦੀ ਪਹਿਚਾਣ ਕਿੱਥੇ ਜ਼ਿਆਦਾ ਵੱਧ ਹੋ ਸਕਦੀ ਹੈ ਉੱਥੇ ਤੱਕ। ਕਿਉਂਕਿ ਉਹੀ ਕਿਹਾ ਕਿ ਆਪਣੀ ਅਗਰ ਲੜਕੀ ਲਈ ਅਗਰ ਲੜਕਾ ਲੱਭਣਾ ਹੈ, ਅਗਰ ਕਲਾਇੰਟ ਦੇਖਣਾ ਕਿ ਕਿਹੜੇ ਤੁਹਾਡੀ ਕਦਰ ਕਰਨਗੇ ਡਰਾਇੰਗ ਦੀ, ਤਾਂ ਉਸ ਲਈ ਫਿਰ ਉਹਨਾਂ ਨੂੰ ਪਰਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਉਹਨਾਂ ਨੂੰ ਪਰਖਣਾ ਫਿਰ ਆਪਣੇ ਨੂੰ ਵੀ ਥੋੜ੍ਹਾ ਜਿਹਾ ਬਾਹਰ ਅੰਦਰ ਜਾਣਾ ਪਏਗਾ। ਪੰਜਾਬ ਦੀ ਗੱਲ ਕਰੀਏ, ਜਦੋਂ ਪੰਜਾਬ ਦਾ ਨਾਂ ਲੈਂਦੇ ਹਾਂ ਤਾਂ ਮੂੰਹ ਭਰ ਜਾਂਦਾ। ਪੰਜਾਬ 'ਚ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹੋਗੇ? ਨਹੀਂ, ਪੰਜਾਬ ਵੈਸੇ ਮੋਹਾਲੀ ਤੋਂ ਹੀ ਆ, ਸ਼ੁਰੂ ਤੋਂ ਮੋਹਾਲੀ ਤੋਂ ਰਹਿਣਾ ਹੋਇਆ। ਜਦੋਂ ਮੋਹਾਲੀ ਨਹੀਂ ਬਣਿਆ ਸੀ, ਇੱਥੇ ਮਾਰਕੀਟ ਕੁਛ ਨਹੀਂ ਹੁੰਦਾ ਸੀ, ਸਾਰੇ ਪੇੜ ਹੀ ਸੀ ਇੱਥੇ, ਸਾਰੀ ਤਰਫ ਜੰਗਲ ਹੀ ਸੀ, ਤਦ ਤੋਂ ਇੱਥੇ ਆ। ਪਰ ਉਸ ਵੇਲੇ ਹੋਸ਼ ਨਹੀਂ ਸੀ ਇੰਨੀ, ਪਰ ਜਦ ਤੋਂ ਹੋਸ਼ ਆਈ ਹੈ ਤਾਂ ਉਸ ਵੇਲੇ ਤੋਂ ਤਾਂ ਵੈਸੇ ਮੋਹਾਲੀ ਵਿੱਚ ਹੀ ਆ। ਫੇਸ 5 ਵਿੱਚ ਰਿਹਾ, 5 ਫੇਸ 'ਚ ਹੀ ਬੜਾ ਹੋਇਆ ਕਾਫੀ ਦੇਰ। ਬਾਕੀ ਪੰਜਾਬੀ ਕਹਿ ਸਕਦੇ ਹੋ। ਹੁਣ ਕਿੱਥੇ ਰਹਿ ਰਹੇ ਹੋ? ਹੁਣ ਵੀ 5 ਫੇਸ?
ਹੁਣ ਵੀ ਉੱਥੇ ਆਪਣੀ ਜਗ੍ਹਾ 'ਤੇ ਆ। ਵੈਸੇ ਹੁਣ ਆਪਣੇ ਅਲੱਗ ਰਿਹਾ, ਘਰ ਤੋਂ ਅਲੱਗ ਹੋਇਆ ਹੁਣ, ਅਤੇ ਹੁਣ ਰੂਮਸ ਵਿੱਚ ਹੈ ਆਪਣੇ, ਅਲੱਗ-ਅਲੱਗ ਰੂਮ ਬਦਲ ਲੈਣਾ, ਫਰੈਂਡਸ ਦੇ ਨਾਲ ਹੋ ਗਿਆ, ਅਤੇ ਇਸ ਤਰ੍ਹਾਂ ਕਰਕੇ ਚੱਲ ਰਿਹਾ ਜੇ। ਸੋ ਅਸੀਂ ਹੈਰੀ ਦਾ ਧੰਨਵਾਦ ਕਰਦੇ ਹਾਂ, ਜਿਹੜੇ ਕਿ ਪਹਿਲੀ ਵਾਰ ਦੱਸ ਦਈਏ ਕਿ KTV UK 'ਤੇ ਇਹਨਾਂ ਦਾ ਇੰਟਰਵਿਊ ਹੋਇਆ, ਪਰ ਕਾਫੀ ਦਿਨਾਂ ਤੋਂ ਨੋਟ ਕਰ ਰਹੇ ਸੀ ਕਿ ਇੱਥੇ ਹੈਰੀ ਸ਼ਾਮ ਨੂੰ ਬਹਿੰਦੇ ਆ ਕਿ 4 ਵਜੇ ਤੋਂ ਲੈ ਕੇ ਸ਼ਾਮ ਨੂੰ 10 ਵਜੇ ਤੱਕ ਇੱਥੇ ਹੀ ਹੁੰਦੇ ਨੇ ਰਾਤ ਦੇ। ਅਤੇ ਜੇ ਗੱਲ ਕਰੀਏ ਤਾਂ ਇਹ ਕਹਿੰਦੇ ਸਾਡਾ ਕਹਿੰਦੇ ਜਿਹੜਾ ਵਿਆਹ ਗਾ ਉਹ ਇਸ ਡਰਾਇੰਗ ਦੇ ਨਾਲ ਹੋ ਚੁੱਕਿਆ, ਜਿਹੜਾ ਸਾਡਾ ਪਿਆਰ ਆ ਉਹ ਇਸ ਡਰਾਇੰਗ ਦੇ ਨਾਲ ਪੈ ਚੁੱਕਿਆ, ਅਤੇ ਜਿਹੜੇ ਮੇਰੇ ਬਾਲ ਬੱਚੇ ਆ ਉਹ ਵੀ ਇਹ ਡਰਾਇੰਗ ਆ। ਜੇਕਰ ਹੁਣ ਮੈਂ ਐਗਜੀਬਿਸ਼ਨ ਲਾਵਾਂਗਾ, ਜੇ ਆਪਣੀ ਕੁੜੀ ਦੇ ਲਈ ਕੋਈ ਘਰ-ਬਾਰ ਦੇਖਾਂਗਾ ਆਪਣੀ ਡਰਾਇੰਗ ਦੇ ਲਈ, ਤਾਂ ਕਿਸੇ ਵਧੀਆ ਘਰ ਦੇ ਵਿੱਚ ਜਾਵੇ ਮੇਰੀ ਡਰਾਇੰਗ। ਇਹ ਆਪਣੀ ਡਰਾਇੰਗ ਨੂੰ ਆਪਣੀ ਧੀ ਮੰਨਦੇ ਨੇ। ਸੋ ਇਸੇ ਤਰ੍ਹਾਂ ਦੇ ਹੋਰ ਵੀ ਜਿਹੜੇ ਆਰਟਿਸਟ ਨੇ ਜਾਂ ਹੋਰ ਵੀ ਜਿਹੜੇ ਕਰਮ ਕਰਨ ਵਾਲੇ ਨੇ, ਉਹਨਾਂ ਨਾਲ ਮਿਲਾਉਂਦੇ ਰਵਾਂਗੇ। ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।